ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ। ਨਾਮ ਸਿਮਰਨ ਅਭਿਆਸ ਜਿਸ ਤਰ੍ਹਾਂ ਦੇ ਨਾਲ ਆਪ ਜੀ ਨੇ ਸਿਮਰਨ ਕੀਤਾ, ਮਤਲਬ ਇਸ ਤਰ੍ਹਾਂ ਦੇ ਨਾਲ ਲੱਗ ਰਿਹਾ ਸੀ ਕਿ ਸਿਮਰਨ ਰੁਕੇ ਹੀ ਨਾ, ਪਰ ਸਿਮਰਨ ਕਰਦੇ ਹੀ ਰਹੀਏ। ਇਸੇ ਤਰ੍ਹਾਂ ਤੁਸੀਂ ਸਿਮਰਨ ਅਭਿਆਸ ਸਾਨੂੰ ਕਰਵਾਉਂਦੇ ਰਹੋ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬਾਣੀ ਚੈਨਲ ਦੇ ਉੱਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਬਾਣੀ ਚੈਨਲ ਦੇ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੀ ਹਾਂ, ਜੋ ਆਪ ਜੀ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ
ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ। ਬਹੁਤ ਕੁਝ ਆਪ ਜੀ ਦੇ ਪਾਸੋਂ ਅੱਜ ਅਸੀਂ ਜਾਣਾਂਗੇ। ਬੜੇ ਅਸੀਂ ਵਡਭਾਗਾ ਮਹਿਸੂਸ ਕਰ ਰਹੇ ਹਾਂ ਆਪਣੇ ਆਪ ਨੂੰ ਕਿ ਅਸੀਂ ਵਾਹ ਆਪ ਜੀ ਦੇ ਨਾਲ ਗੱਲ ਕਰ ਰਹੇ ਹਾਂ। ਤੁਹਾਡੇ ਵਿਚਾਰ ਸਾਡੀਆਂ ਸੰਗਤਾਂ ਦੇ ਤੱਕ ਪਹੁੰਚਣਗੇ ਤਾਂ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਜੀ ਹਾਂਜੀ, ਵਾਹਿਗੁਰੂ ਜੀ। ਜੀ ਵਾਹਿਗੁਰੂ ਜੀ, ਜਿਸ ਤਰ੍ਹਾਂ ਦੇ ਨਾਲ ਅਸੀਂ ਆਪ ਜੀ ਦੀ ਜਿੱਦਾਂ ਤੁਸੀਂ ਸਿਮਰਨ ਅਭਿਆਸ ਕਰਵਾਉਂਦੇ ਹੋ, ਸ਼ਬਦ ਦੀ ਵਿਚਾਰ ਕਰਦੇ ਹੋ, ਤਾਂ ਉਹ ਅਸੀਂ ਜਿਹੜਾ ਤੁਹਾਡੇ YouTube ਦੇ ਰਾਹੀਂ ਮੈਂ ਸੁਣੀਆ, ਹਾਂਜੀ ਬਹੁਤ ਬਹੁਤ ਵਧੀਆ ਲੱਗਿਆ। ਤਾਂ ਅਸੀਂ ਸੋਚਿਆ ਕਿਉਂ ਨਾ ਦੇ ਪਾਸੋਂ ਕੁਛ ਅਜਿਹੀਆਂ ਗੱਲਾਂ, ਕੁਛ ਅਜਿਹੇ ਕਨਸੈਪਟ ਅਸੀਂ ਵੀ ਕਲੀਅਰ ਕਰੀਏ, ਜਿਨ੍ਹਾਂ ਨੂੰ ਲੈ ਕੇ ਅਕਸਰ ਸਾਡੇ ਹਿਊਮਨ ਬੀਇੰਗ, ਇੱਕ ਮਨੁੱਖ ਦੇ ਅੰਦਰ ਕਨਫਿਊਜ਼ਨ ਰਹਿੰਦੀ ਹੈ। ਕਿਉਂਕਿ ਅਸੀਂ ਦੇਖਿਆ ਤੁਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ, ਵੱਖ-ਵੱਖ ਇੱਕ-ਇੱਕ ਪੰਕਤੀ ਨੂੰ ਲੈ ਕੇ ਬਹੁਤ ਵਧੀਆ ਵਿਚਾਰ ਕੀਤੀ ਹੋਈ ਹੈ, ਜਿੱਥੇ ਮੈਂ ਤੁਹਾਡੇ YouTube ਦੇ ਰਾਹੀਂ ਸੁਣਿਆ। ਔਰ ਜੀ ਜਿਹੜੀ ਸੰਗਤ ਆਪ ਜੀ ਨੂੰ ਸੁਣਦੀ ਹੈ, ਉਹਨਾਂ ਨੇ ਮੈਨੂੰ ਦੱਸਿਆ ਕਿ 3 ਘੰਟੇ ਇੱਕ ਵਾਰੀ ਅਸੀਂ ਸਮਾਗਮ ਦੇ ਵਿੱਚ ਬੈਠੇ, ਲੇਕਿਨ 3 ਘੰਟੇ ਇੱਕ ਵੀ ਪੂਰੀ ਸੰਗਤ ਦੇ ਵਿੱਚੋਂ ਇੱਕ ਵੀ ਵਿਅਕਤੀ ਨਹੀਂ ਉੱਠਿਆ ਕਿ ਆਪ ਜੀ ਨੇ ਇੰਨੀ ਸੋਹਣੀ ਸ਼ਬਦ ਦੇ ਵਿਚਾਰ ਕੀਤੇ। ਤੇ ਬਹੁਤ ਵਧੀਆ ਆਪ ਜੀ, ਜਿੱਦਾਂ ਦੀ ਆਪ ਜੀ ਰੂਹਾਂ ਹੋ, ਓਦਾਂ ਦੀ ਸਾਨੂੰ ਜ਼ਰੂਰਤ ਹੈ ਸਾਡੇ ਕੌਮ ਨੂੰ, ਸਾਡੇ ਸੰਸਾਰ ਨੂੰ। ਤਾਂ ਜੀ ਭਾਈ ਸਾਹਿਬ ਵਾਹਿਗੁਰੂ। ਜੀ, ਜੇਕਰ ਇਜਾਜ਼ਤ ਹੋਵੇ ਤਾਂ ਮੈਂ ਆਪ ਜੀ ਦੇ ਪਾਸੋਂ ਚੰਦ ਸਵਾਲ ਪੁੱਛ ਸਕਦੀ ਹਾਂ, ਮਤਲਬ ਕੁਛ ਡਾਊਟਸ ਜਿਹਨੂੰ ਹਾਂਜੀ ਹੁੰਦੇ ਨੇ ਜੀ। ਜੀ ਜਿਸ ਤਰ੍ਹਾਂ ਦੇ ਨਾਲ ਹਾਂਜੀ, ਆਪ ਕਿਉਂਕਿ ਮਹਾਰਾਜ ਦਾ ਬਾਣੀ 'ਚ ਹੁਕਮ ਆ ਵੀ ਜਬ ਲਗ ਦੁਨੀਆ ਰਹੀਏ, ਨਾਨਕ ਕਿਸ ਸੁਣੀਏ ਕਿਸ ਕਹੀਏ। ਆਪਾਂ ਇੱਕ ਦੂਸਰੇ ਨਾਲ ਜ਼ਰੂਰ ਵਿਚਾਰ ਕਰ ਸਕਦੇ ਹਾਂ। ਆਪ ਜੀ ਹੁਕਮ ਕਰੋ। ਜੀ ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ ਭਾਈ ਸਾਹਿਬ ਜੀ। ਜੀ ਜਿਸ ਤਰ੍ਹਾਂ ਦੇ ਨਾਲ ਆਪਾਂ ਅਕਸਰ ਦੇਖਦੇ ਹਾਂ ਕਿ ਸਾਨੂੰ ਲੱਗਦਾ ਹੈ ਕਿ ਸਾਨੂੰ ਇੱਕ ਨਾ ਸਾਡੀ ਰੂਟੀਨ ਬਣੀ ਹੋਈ ਹੈ। ਸਾਨੂੰ ਪਤਾ ਹੈ ਕਿ ਜੇਕਰ ਮੈਂ ਨਿਤਨੇਮ ਨਹੀਂ ਨਾ ਕਰਾਂਗੇ ਤੇ ਸ਼ਾਇਦ ਮੇਰੇ ਦਿਨ ਦੀ ਸ਼ੁਰੂਆਤ ਵਧੀਆ ਨਹੀਂ ਹੋਵੇਗੀ। ਪਰ ਸਿਰਫ ਭਾਈ ਸਾਹਿਬ ਜੀ ਇੱਕ ਬਾਣੀ ਨੂੰ ਪੜ੍ਹਨਾ ਇਨਫ ਨਹੀਂ ਹੈ। ਜਿੰਨਾ ਜ਼ਰੂਰੀ ਹੈ ਬਾਣੀ ਨੂੰ ਵਿਚਾਰਨਾ। ਨਾਮ ਸਿਰਫ ਬੋਲਣਾ ਪੂਰਾ ਨਹੀਂ ਹੈ, ਨਾਮ ਨੂੰ ਸਮਝਣਾ ਉਹ ਵੀ ਬਹੁਤ ਜ਼ਰੂਰੀ ਹੈ। ਤਾਂ ਅਸੀਂ ਆਪ ਜੀ ਦੇ ਪਾਸੇ ਇਹੀ ਜਾਣਨਾ ਚਾਹੁੰਦੇ ਹਾਂ ਕਿ ਆਪ ਜੀ ਗੁਰਬਾਣੀ ਕੀ ਕਹਿੰਦੀ ਹੈ, ਕਿ ਨਾਮ ਕੀ ਹੈ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅੰਦਰ ਜੋ ਇੱਕ ਜੀਵ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਆ, ਉਹ ਸਾਡੇ ਮਨ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਜਾਂਦਾ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੋ ਪੜ੍ਹਿਆ ਸੋ ਪੰਡਤ ਬੀਨਾ, ਜੋ ਗੁਰ ਸ਼ਬਦ ਕਰੇ ਵਿਚਾਰ, ਅੰਦਰ ਖੋਜੈ ਤਤ ਲਹੈ ਪਾਏ ਮੋਖ ਦੁਆਰ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਪੜ੍ਹ ਕੇ ਅਸੀਂ ਆਪਣੇ ਆਪ ਦੀ ਅੰਦਰ ਦੀ ਖੋਜ ਕਰਦੇ ਹੋਏ ਉਸ ਮਾਰਗ ਨੂੰ ਪ੍ਰਾਪਤ ਕਰਨਾ ਹੁੰਦਾ ਹੈ ਜੋ ਪਰਮਾਤਮਾ ਦੇ ਮਿਲਾਪ ਦਾ ਮਾਰਗ ਹੈ। ਪਹਿਲੇ ਜਿਹੜੇ 3 ਯੁੱਗ ਰਹੇ ਨੇ, ਸਤਿਯੁਗ, ਤ੍ਰੇਤਾ ਔਰ ਦੁਆਪਰ, ਜਿਨ੍ਹਾਂ ਦੇ ਵਿੱਚ ਜੀਵ ਜਦੋਂ ਪਰਮਾਤਮਾ ਦੇ ਮਿਲਾਪ ਦੇ ਰਸਤੇ ਤੇ ਚੱਲੇ ਤਾਂ ਉਹਨਾਂ ਨੂੰ ਹਰ ਤੱਤ ਦਾ ਭੇਦ ਨਹੀਂ ਆਇਆ। ਜੀਵ ਸਿਰਫ ਪਾਪ ਤੇ ਪੁੰਨ ਤੱਕ ਸੀਮਤ ਰਹੇ ਤੇ ਕਿਸ ਅਵਸਥਾ ਵਿੱਚ ਵਿਚਰਦੇ ਰਹੇ, ਮਹਾਰਾਜ ਨੇ ਦੱਸਿਆ, ਸਿਮਰਤ ਸਾਸਤ ਪਾਪ ਪੁੰਨ ਵਿਚਾਰਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਅਰੈਣ ਵਿਹਾਣੀ। ਕਲਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਰ ਤੱਤ ਦਾ ਭੇਦ ਦਿੱਤਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਨਾ ਆ ਤੇ ਸਭ ਤੋਂ ਪਹਿਲਾਂ ਅਸੀਂ ਉਸ ਹਰ ਤੱਤ ਦੀ ਖੋਜ ਕਰਨੀ ਹੁੰਦੀ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਨਾਮ ਵੀ ਕਿਹਾ ਹੋਇਆ। ਤੇ ਮਹਾਰਾਜ ਸਮਝਾਉਂਦੇ ਨੇ, ਚੀਨੈ ਤਤ ਗਗਨ 10 ਦੁਆਰ, ਹਰ ਮੁਖ ਪਾਠ ਪੜ੍ਹੇ ਵਿਚਾਰ। ਅਸੀਂ ਗੁਰਬਾਣੀ ਪੜ੍ਹ ਕੇ ਜਦੋਂ ਹਰ ਤੱਤ ਨੂੰ ਖੋਜਦੇ ਹਾਂ
ਤੇ ਸਾਨੂੰ ਗਿਆਨ ਮਿਲਦਾ ਜਿਹੜਾ ਹਰ ਤੱਤ ਆ, ਜਿਸ ਨੂੰ ਗੁਰਬਾਣੀ ਵਿੱਚ ਬੀਜ ਮੰਤਰ, ਅੱਗੇ ਜਾ ਕੇ ਗੁਰਬਾਣੀ ਦੇ ਵਿੱਚ ਰਾਮ ਨਾਮ ਤੇ ਹੁਕਮ ਕਿਹਾ ਹੋਇਆ ਵਾ, ਉਹ ਹਰ ਤੱਤ, ਉਹ ਰਾਮ ਨਾਮ, ਉਹ ਬੀਜ ਮੰਤਰ, ਉਹ ਹੁਕਮ, ਉਹ ਸਾਡੇ ਅੰਦਰ ਚੱਲਦਾ ਪਿਆ ਵਾ। ਜਿਸ ਤਰ੍ਹਾਂ ਗੁਰਮੁਖਾਂ ਨੇ ਬਾਣੀ ਵਿੱਚੋਂ ਖੋਜਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਨੂੰ ਸਮਝਾਉਂਦੇ ਵੀ ਇਸ ਕਾਇਆ ਅੰਦਰ ਨਾਮ ਨੌਨਿਧ ਪਾਈਏ ਗੁਰ ਕੇ ਸ਼ਬਦ ਵਿਚਾਰਾ। ਜਦੋਂ ਗੁਰਬਾਣੀ ਦੇ ਨਾਲ ਅਸੀਂ ਸਾਂਝ ਪਾਉਂਦੇ ਹਾਂ, ਵਿਚਾਰਾਂ ਦੀ ਸਾਂਝ ਪੈਂਦੀ ਆ, ਗੁਰਬਾਣੀ ਗੁਰੂ ਦੇ ਨਾਲ ਅਸੀਂ ਜੁੜਦੇ ਹਾਂ ਤੇ ਸਾਨੂੰ ਪਤਾ ਲੱਗਦਾ ਆ ਕਿ ਉਹ ਹਰ ਤੱਤ, ਉਹ ਇਸ ਕਾਇਆ ਦੇ ਅੰਦਰ ਆ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ, ਪੀਪਾ ਪਰਣਵੈ ਪਰਮ ਤੱਤ ਹੈ, ਸਤਿਗੁਰ ਹੋਏ ਲਿਖਾਵੇ। ਕਲਯੁਗ ਦੇ ਵਿੱਚ ਗੁਰੂ ਨਾਨਕ ਦੇ ਘਰ ਨੇ ਸਾਨੂੰ ਦੱਸਿਆ ਕਿ ਉਹ ਨਾਮ, ਉਹ ਹਰ ਤੱਤ ਇਸ ਕਾਇਆ ਦੇ ਅੰਦਰ ਆ। ਅਸੀਂ ਗੁਰਬਾਣੀ ਪੜ੍ਹ ਕੇ ਫਿਰ ਖੋਜ ਕਰਦੇ ਹਾਂ ਤਾਂ ਮਹਾਰਾਜ ਸਮਝਾਉਂਦੇ ਨੇ ਗੁਰਬਾਣੀ ਵਰਤੀ ਇਸ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਹੁਣ ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ, ਗੁਰਬਾਣੀ ਨੂੰ ਵਿਚਾਰਾਂਗੇ ਤੇ ਸਾਨੂੰ ਭੇਦ ਮਿਲੇਗਾ ਵੀ ਨਾਮ ਇਸ ਦੇਹੀ ਦੇ ਅੰਦਰ ਗੁਪਤ ਆ, ਜਿਸ ਨਾਮ ਨੂੰ ਅਸੀਂ ਪਿਛਲੇ 3 ਯੁੱਗਾਂ ਤੋਂ ਭੁੱਲੇ ਰਹੇ, ਸਾਨੂੰ ਨਾਮ ਦਾ ਭੇਦ ਨਹੀਂ ਆਇਆ। ਐਸੀ ਅਵਸਥਾ ਸਾਡੀ ਬਣ ਗਈ, ਨਾਮੋਂ ਭੁੱਲੀ ਜੇ ਫਿਰਾਂ, ਵੀ ਨਾਮ ਨੂੰ ਭੁੱਲ ਕੇ ਜਿਹੜਾ ਮਨ ਆ ਉਹ ਆਵਾਗਾਉਣ ਦੇ ਚੱਕਰ ਵਿੱਚ ਚਲਾ ਗਿਆ। ਨਾਮੋਂ ਭੁੱਲੀ ਜੇ ਫਿਰਾਂ, ਫਿਰ ਆਉਂ ਜਾਉਂ। ਹੁਣ ਨਾਮ ਨੂੰ ਭੁੱਲਣ ਕਰਕੇ ਅਸੀਂ ਜਿਉਂ ਆਵਾਗਾਉਣ ਦੇ ਚੱਕਰ ਵਿੱਚ ਪਏ, ਸਾਡਾ ਸਫ਼ਰ ਲੰਬਾ ਹੋ ਗਿਆ। ਅਸੀਂ ਜਿਉਂ ਸੱਚ ਤੋਂ ਵਿਛੜੇ ਤੇ ਆਕਾਰਾਂ ਦੇ ਵਿੱਚ ਚਲੇ ਗਏ, ਨਾਮ ਦਾ ਭੇਦ ਨਹੀਂ ਆਇਆ। ਹੁਣ ਕਲਯੁਗ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਦੱਸਿਆ ਕਿ ਉਹ ਨਾਮ ਤੁਹਾਡੇ ਅੰਦਰ ਆ, ਜਿਸ ਨੂੰ ਸੰਸਾਰ ਦੇ ਜੀਵ ਬਾਹਰ ਖੋਜਦੇ ਸੀ। ਤੇ ਮਹਾਰਾਜ ਕਹਿਣ ਲੱਗੇ ਨੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਰਿਹਾ, ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ, ਜੋ ਗੁਰ ਸਰਣਾਈ ਭੱਜ ਪਿਆ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਨੂੰ ਖੋਜਦੇ ਹਾਂ, ਗੁਰੂ ਦੀ ਮੱਤ ਅਨੁਸਾਰ ਚੱਲਾਂਗੇ ਤੇ ਸਾਨੂੰ ਭੇਦ ਆਏਗਾ ਕਿ ਜਿਹੜਾ ਬੀਜ ਮੰਤਰ ਆ, ਜੋ ਨਾਮ ਆ, ਇਸ ਦੇਹੀ ਦੇ ਅੰਦਰ ਆ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸ਼ਰਾਮ। ਇਸ ਕਰਕੇ ਜਿਹੜੇ ਗੁਰਮੁਖ ਬਾਣੀ ਪੜ੍ਹਦੇ ਨੇ, ਗੁਰਬਾਣੀ ਖੋਜਦੇ ਨੇ, ਉਹਨਾਂ ਨੂੰ ਭੇਦ ਮਿਲਦਾ ਕਿ ਨਾਮ ਇਸ ਦੇਹੀ ਦੇ ਅੰਦਰ ਗੁਪਤ ਰੱਖਿਆ ਹੋਇਆ ਵਾ। ਹੁਣ ਜਦੋਂ ਸਾਨੂੰ ਨਾਮ ਦਾ ਭੇਦ ਮਿਲ ਗਿਆ ਕਿ ਦੇਹੀ ਦੇ ਅੰਦਰ ਆ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਉਸ ਨਾਮ ਨੂੰ ਅਸੀਂ ਪ੍ਰਾਪਤ ਕਰਨਾ ਹੁੰਦਾ, ਉਸ ਨਾਮ ਦੇ ਨਾਲ ਜੁੜਨਾ ਹੁੰਦਾ। ਜਦ ਤੱਕ ਸਾਡਾ ਮਨ ਉਸ ਨਾਮ ਦੇ ਨਾਲ ਨਹੀਂ ਜੁੜਦਾ, ਓਨੀ ਦੇਰ ਤੱਕ ਉਹ ਜੀਵਨ ਮੁਕਤ ਨਹੀਂ ਹੋ ਸਕਦਾ। ਪਾਤਸ਼ਾਹ ਨੇ ਗੁਰਬਾਣੀ ਵਿੱਚ ਬਚਨ ਲਿਖੇ ਨੇ, ਬਿਨ ਨਾਮੈ ਮੁਕਤ ਨਾ ਪਾਵੇ ਕੋਈ, ਬਿਨ ਸਤਿਗੁਰ ਕੋ ਨਾਮ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਹੁਣ ਨਾਮ ਦੇ ਨਾਲ ਜੁੜਨ ਵਾਸਤੇ ਫਿਰ ਅਸੀਂ ਇਸੋਂ ਅਗਲਾ ਸਟੈਪ ਖੋਜਣਾ। ਫਿਰ ਮਹਾਰਾਜ ਨੇ ਕਿਹਾ ਵੀ ਨਾਮ ਦੇਹੀ ਦੇ ਅੰਦਰ ਆ। ਹੁਣ ਦੇਹੀ ਦੇ ਅੰਦਰ ਉਹ ਨਾਮ ਕਿੱਥੇ ਆ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਨ ਸਮਾਦ ਅਨਹਦ ਤੈਨਾਦ, ਕਹਿਨ ਨ ਜਾਈ ਅਚਰਜ ਬਿਸਮਾਦ। ਇਸ ਕਾਇਆ ਦੇ ਅੰਦਰ ਜਿੱਥੇ ਆਪ ਬੈਠੇ ਹੋਏ ਨੇ ਸੁਨ ਵਿੱਚ, ਉੱਥੇ ਉਹ ਨਾਮ ਆ। ਹੁਣ ਸਾਨੂੰ ਜਦੋਂ ਇਹ ਭੇਦ ਖੁੱਲ੍ਹਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਕਿ ਨਾਮ ਇਸ ਕਾਇਆ ਦੇ ਅੰਦਰ ਹੈ, ਤੇ ਫਿਰ ਜੀਵ ਬਾਹਰੋਂ ਛੱਡ ਕੇ ਅੰਦਰ ਦੀ ਖੋਜ ਤੇ ਚੱਲ ਪੈਂਦਾ। ਇਸ ਕਰਕੇ ਗੁਰਬਾਣੀ ਦਾ ਉਪਦੇਸ਼ ਫਿਰ ਸ਼ੁਰੂ ਹੁੰਦਾ ਵਾ, ਗੁਰਮੁਖ ਹੋਵੈ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਵੀ ਨਾਮ ਦੇਹੀ ਦੇ ਅੰਦਰ ਗੁਪਤ ਹੈ, ਇਸ ਦੇਹੀ ਦੇ ਅੰਦਰ ਉਸ ਨਾਮ ਦੀ ਆਪਾਂ ਖੋਜ ਕਰਨੀ ਕਿ ਉਹ ਨਾਮ ਕਿੱਥੇ ਆ। ਇਥੋਂ ਫਿਰ ਜਿਹੜੇ ਗੁਰਮੁਖ ਆ ਫਿਰ ਖੋਜੀ ਬਣਦੇ ਆ, ਕਾਇਆ ਦੀ ਖੋਜ ਸ਼ੁਰੂ ਹੁੰਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਵਿੱਚ ਆ ਕੇ
ਸਾਨੂੰ ਇਹੀ ਭੇਜ ਦਿੱਤਾ ਵੀ ਕਾਇਆ ਦੀ ਖੋਜ ਕਰਦੇ ਹੋਏ ਤੁਸੀਂ ਨਾਮ ਨੂੰ ਲੱਭੋ, ਨਾਮ ਨੂੰ ਬੁੱਝੋ ਤੇ ਹੁਕਮ ਦੇ ਵਿੱਚ ਆਓ। ਜੇ ਤੁਸੀਂ ਨਾਮ ਨੂੰ ਨਹੀਂ ਬੁੱਝੋਗੇ, ਨਾਮ ਦੀ ਖੋਜ ਨਹੀਂ ਕਰੋਗੇ, ਨਾਮ ਦੇ ਨਾਲ ਨਹੀਂ ਜੁੜੋਗੇ ਤੇ ਤੁਸੀਂ ਜੀਵਨ ਮੁਕਤ ਨਹੀਂ ਹੋ ਸਕਦੇ। ਹੁਣ ਪਾਤਸ਼ਾਹ ਤੇ ਆਪਾਂ ਨੂੰ ਸਮਝਾਉਂਦੇ ਨੇ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ, ਭੁਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ, ਸਹਿਸ ਸਿਆਣਪਾ ਲੱਖ ਹੋਏ, ਤਾਇ ਕਨਾ ਚੱਲੇ ਨਾਲ। ਤੇ ਗੁਰਮੁਖ ਫਿਰ ਵਿਚਾਰ ਕਰਦੇ ਨੇ, ਪਾਤਸ਼ਾਹ ਕਿਉਂ ਸਚਿਆਰਾ ਹੋਈ ਹੈ, ਵੀ ਕਿਵੇਂ ਹੋਇਆ ਜਾਵੇ ਸਚਿਆਰ, ਕਿਵੇਂ ਜੁੜਿਆ ਜਾਏ ਉਹਦੇ ਨਾਲ, ਕਿਉਂ ਕੂੜੇ ਟੁੱਟੇ ਪਾਲ। ਤੇ ਪਾਤਸ਼ਾਹ ਫਿਰ ਉਧਰ ਨਿਸ਼ਾਨਾ ਕਰਦੇ ਨੇ, ਇਸ਼ਾਰਾ ਕਰਦੇ ਨੇ, ਕਹਿੰਦੇ ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ, ਹੁਕਮ, ਸਾਨੂੰ ਹੁਕਮ ਨੂੰ ਬੁੱਝਣਾ ਪਏਗਾ। ਸੋ ਇਸ ਕਰਕੇ ਸਭ ਤੋਂ ਪਹਿਲਾਂ ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ ਤੇ ਕਾਇਆ ਦੀ ਖੋਜ ਸ਼ੁਰੂ ਹੋਏਗੀ, ਹਰ ਤੱਤ ਦੀ ਖੋਜ ਸ਼ੁਰੂ ਹੋਏਗੀ, ਬੀਜ ਮੰਤਰ ਦੀ ਖੋਜ ਸ਼ੁਰੂ ਹੋਏਗੀ, ਨਾਮ ਦੀ ਖੋਜ ਸ਼ੁਰੂ ਹੋਏਗੀ। ਨਹੀਂ ਤਾਂ ਤੁਸੀਂ ਦੇਖੋ ਅੱਜ ਕੱਲ ਹਜ਼ਾਰਾਂ ਕੀ ਲੱਖਾਂ ਜੀਵ ਉਹ ਨਾਮ ਲੈਣ ਵਾਸਤੇ ਬਾਹਰ ਜਾ ਰਹੇ। ਕੋਈ ਕਿਤੇ ਨਾਮ ਲੈਣ ਵਾਸਤੇ ਜਾਂਦਾ, ਕੋਈ ਕਿਤੋਂ ਨਾਮ ਲੈਣ ਵਾਸਤੇ ਜਾਂਦਾ। ਤੇ ਅਗਿਆਨਤਾ ਦੇ ਵਿੱਚ ਬਹੁਤ ਸਾਰੇ ਐਸੇ ਅਨਾੜੀ ਸੰਤ ਜੀਵਾਂ ਨੂੰ ਆਪਣੇ ਕੋਲੋਂ ਨਾਮ ਦੇਣਾ ਸ਼ੁਰੂ ਕਰਦੇ ਆ ਕਿ ਅਸੀਂ ਤੁਹਾਨੂੰ ਨਾਮ ਦੇਵਾਂਗੇ। ਉਹ ਜੀਵ ਨਾਮ ਲੈ ਕੇ ਆਉਂਦੇ ਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਅਸੀਂ ਪੁੱਛਦੇ ਹਾਂ ਤੇ ਮਹਾਰਾਜ ਕਹਿੰਦੇ ਨੇ, ਇਸ ਜੱਗ ਮੇਂ ਨਾਮ ਅਲੱਭ ਹੈ, ਗੁਰਮੁਖ ਵਸੇ ਮਨ ਆਏ। ਹੁਣ ਜਿਨ੍ਹਾਂ ਨੇ ਗੁਰਬਾਣੀ ਨਹੀਂ ਪੜ੍ਹੀ, ਗੁਰਬਾਣੀ ਦੀ ਖੋਜ ਨਹੀਂ ਕੀਤੀ, ਗੁਰਬਾਣੀ ਨੂੰ ਨਹੀਂ ਵਿਚਾਰਿਆ, ਉਹ ਬਾਹਰਮੁਖੀ ਹੋ ਕੇ ਚੱਲ ਪਏ। ਉਹ ਬਾਹਰੋਂ ਕਿਸੇ ਕੋਲੋਂ ਨਾਮ ਲੈਣ ਵਾਸਤੇ ਚਲੇ ਜਾਂਦੇ ਆ। ਹੁਣ ਜਿਹੜਾ ਉਹ ਨਾਮ ਲੈ ਕੇ ਆਉਂਦੇ ਨੇ ਬਾਹਰੋਂ, ਉਹ ਨਾਮ ਜਿਹੜਾ ਹੈ ਗੁਰਬਾਣੀ ਵਿੱਚ ਉਹਨੂੰ ਦੱਸਿਆ ਹੋਇਆ, ਉਹ ਦ੍ਰਿਸ਼ਟਮਾਨ ਆ, ਅੱਖਰਾਂ ਦੇ ਵਿੱਚ ਆ। ਜਿਸ ਨਾਮ ਦੇ ਨਾਲ ਅਸੀਂ ਜੁੜਨਾ ਆ, ਉਹ ਨਾਮ ਅੱਖਰਾਂ ਤੋਂ ਪਾਰ ਆ, ਉਹ ਲਿਖਣ ਪੜ੍ਹਨ ਦੇ ਵਿੱਚ ਨਹੀਂ ਆਉਂਦਾ। ਉਹ ਨਾਮ ਪਰਮਾਤਮਾ ਦੇ ਮੁਖ ਵਿੱਚੋਂ ਪ੍ਰਗਟ ਹੋ ਰਹੀ ਆਵਾਜ਼ ਆ, ਜਿਸ ਨੂੰ ਮਹਾਰਾਜ ਨੇ ਕਿਹਾ ਏਕੋ ਨਾਮ ਹੁਕਮ ਹੈ। ਹੁਕਮ ਉਹ ਜੋ ਪਰਮੇਸ਼ਰ ਦੇ ਮੁਖ ਵਿੱਚੋਂ ਪ੍ਰਗਟ ਹੋ ਰਿਹਾ, ਜੋ ਪਰਮਾਤਮਾ ਦੇ ਮੁਖ ਵਿੱਚੋਂ ਪ੍ਰਗਟ ਹੋ ਰਿਹਾ, ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਰੇਖ ਨਹੀਂ, ਕੋਈ ਭੇਖ ਨਹੀਂ, ਕੋਈ ਚੱਕਰ ਨਹੀਂ, ਕੋਈ ਚਿੰਨ੍ਹ ਨਹੀਂ, ਕੋਈ ਵਰਨ ਨਹੀਂ, ਕੋਈ ਜਾਤ ਨਹੀਂ। ਉਹ ਇੱਕ ਸ਼ਬਦ ਆ, ਜਿਸ ਨੂੰ ਮਹਾਰਾਜ ਕਹਿੰਦੇ ਨੇ ਤਿਸ ਰੂਪ ਨਾ ਰੇਖ ਅਨਾਹਦ ਵਾਜੇ। ਸ਼ਬਦ ਨਿਰੰਜਨ ਕੀ ਹੈ? ਉਹ ਨਿਰੰਜਨ ਦੇ ਵਿੱਚੋਂ ਇੱਕ ਆਵਾਜ਼, ਇੱਕ ਧੁਨ, ਇੱਕ ਸ਼ਬਦ ਪ੍ਰਗਟ ਹੋ ਰਿਹਾ, ਜਿਹਨੂੰ ਪਾਤਸ਼ਾਹ ਨੇ ਨਾਮ ਕਿਹਾ ਵਾ, ਜਿਸ ਦੇ ਪਰਸਾਏ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਆ ਵੀ ਉਹ ਜੋ ਨਾਮ ਆ, ਉਹ ਜੋ ਸ਼ਬਦ ਆ, ਉਹ ਇਸ ਤਰ੍ਹਾਂ ਵਾ, ਤੇਰਾ ਮੁਖ ਸਹਾਵਾ ਜੀਓ, ਸਹਿਜ ਧੁਨ ਬਾਣੀ। ਉਹ ਧਨਾਤਮਿਕ ਸ਼ਬਦ ਆ, ਧੁਨਾਂ ਦੇ ਰੂਪ ਦੇ ਵਿੱਚ ਆ, ਜਿਸ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਆ, ਜਿਸ ਨੂੰ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਕੀਤਾ ਪਸਾਓ ਏਕੋ ਕਵਾਓ। ਉਹਦਾ ਜਿਹੜਾ ਕਵਾਓ ਆ, ਉਹਨਾਂ ਦੇ ਬੋਲਣ ਦੇ ਨਾਲ ਜੋ ਪ੍ਰਕਾਸ਼ ਵਿੱਚੋਂ ਆਵਾਜ਼ ਨਿਕਲੀ, ਜਿਹਨੂੰ ਸ਼ਬਦ ਕਿਹਾ, ਉਹ ਸ਼ਬਦ ਲਗਾਤਾਰ ਆਪਣੇ ਸਾਰਿਆਂ ਦੇ ਘਟਾਂ ਦੇ ਵਿੱਚ ਅੰਦਰ ਚੱਲ ਰਿਹਾ। ਹੁਣ ਨਾ ਗਿਆਨ ਹੋਣ ਕਰਕੇ ਜੀਵ ਜਿਹੜੇ ਬਾਹਰ ਚੱਲਦੇ ਆ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਕਿ ਉਹ ਸਾਰੀ ਜਿਹੜੀ ਬਾਣੀ ਸੀ ਉਹਨੂੰ ਇਕੱਤਰ ਕਰਵਾਇਆ ਗਿਆ ਤੇ ਪੋਥੀ ਪਰਮੇਸ਼ਰ ਦਾ ਥਾਂ ਨਾਂ ਦੇ ਕੇ ਸਾਨੂੰ ਹੁਕਮ ਕੀਤਾ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੇ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਇਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ, ਇਹ ਪੂਰਨ ਬ੍ਰਹਮ ਦਾ ਗਿਆਨ ਆ। ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਤੇ ਹੋਰ ਬਖਸ਼ਿਸ਼ ਕਰ ਦਿੱਤੀ ਕਿ ਜੇ ਕੋਈ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਆ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਪੜ੍ਹ ਕੇ, ਵਿਚਾਰ ਕੇ, ਖੋਜ ਕੇ ਤੇ ਉਹ ਰਸਤਾ ਲੱਭ ਸਕਦਾ। ਤੇ ਆਪਾਂ ਦੋਹਰਾ ਰੋਜ਼ ਪੜ੍ਹਦੇ ਹਾਂ, ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮਿਲੇ।
ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਗੁਰਬਾਣੀ ਪੜ੍ਹਨੀ ਬੜੀ ਜ਼ਰੂਰੀ ਹੈ, ਖੋਜਣਾ ਬੜਾ ਜ਼ਰੂਰੀ ਹੈ। ਤੇ ਫਿਰ ਉਸ ਰਸਤੇ ਤੇ ਚੱਲਦਿਆਂ ਹੋਇਆਂ ਅਸੀਂ ਫਿਰ ਜਦੋਂ ਸਾਨੂੰ ਭੇਦ ਮਿਲ ਗਿਆ, ਫਿਰ ਉਸ ਤੋਂ ਬਾਅਦ ਆਉਂਦਾ ਨਾਮ ਜਪਣਾ। ਕਿ ਨਾਮ ਕਿਵੇਂ ਜਪਣਾ ਆ, ਫਿਰ ਉਹ ਨਾਲ ਨਾਲ ਆਪਾਂ ਨੂੰ ਸਮਝਾਇਆ ਹੋਇਆ। ਹਾਂਜੀ, ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ ਹੋਰ? ਜੀ ਵਾਹਿਗੁਰੂ ਜੀ, ਜਿਸ ਤਰ੍ਹਾਂ ਦੇ ਨਾਲ ਮੈਨੂੰ ਪਤਾ ਮੇਰੀ ਆਵਾਜ਼ ਥੋੜੀ ਜਿਹੀ ਡਿਸਟਰਬ ਹੈ, ਰਿਪੀਟ ਆ ਰਹੀ ਹੈ, ਸ਼ਾਇਦ ਟੈਕਨੀਕਲ ਇਸ਼ੂ ਦੇ ਕਰਕੇ। ਲੇਕਿਨ ਸਟਾਰਟਿੰਗ ਦੇ ਵਿੱਚ ਜਿੱਦਾਂ ਕਿ ਮੈਂ ਤੁਹਾਡੇ ਲਈ ਸ਼ਬਦ ਵਰਤੇ ਸਨ ਕਿ ਮੈਂ ਕੋਈ ਡਾਊਟ ਤੁਹਾਡੇ ਤੋਂ ਕਲੀਅਰ ਕਰਨਾ ਚਾਹੁੰਦੀ ਹਾਂ, ਕੁਝ ਵਿਚਾਰ ਹੈ ਨਾ ਤੁਹਾਡੇ ਪਾਸੋਂ ਸਰਵਨ ਕਰੋ, ਤੁਸੀਂ ਕਰੋ ਸਾਡੇ ਨਾਲ ਸਾਂਝੇ। ਪਰ ਜਿਸ ਤਰ੍ਹਾਂ ਦੇ ਨਾਲ ਤੁਸੀਂ ਨਾਮ ਜਪਣ ਦਾ ਇੱਕ ਕਲੀਅਰ ਕੀਤਾ ਨਾ ਸਾਡੇ ਲਈ, ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਬਹੁਤ ਕੁਝ ਸਾਡੇ ਜ਼ਿਹਨ ਦੇ ਵਿੱਚ ਚੱਲਦਾ ਇੱਕ ਟਾਈਮ ਨੂੰ ਲੈ ਕੇ, ਲੇਕਿਨ ਆਪ ਜੀ ਨੇ ਬਹੁਤ ਵਧੀਆ, ਬਹੁਤ ਸੋਹਣੇ ਵਿਚਾਰਾਂ ਦੇ ਨਾਲ ਸਮਝਾਉਣਾ ਕੀਤਾ ਹੈ। ਬਹੁਤ ਵਧੀਆ ਲੱਗਾ, ਦਿਲ ਨੂੰ ਬੜਾ ਸਕੂਨ ਮਿਲਿਆ ਇਹ ਵਿਚਾਰ ਸੁਣ ਕੇ। ਸਾਡੇ ਬਹੁਤ ਅਸੀਂ ਵਡਭਾਗਾ, ਮੈਂ ਬਿਲਕੁਲ ਦੁਬਾਰਾ ਵੀ ਇਹ ਗੱਲ ਜ਼ਰੂਰ ਕਹਿਣਾ ਚਾਹੂੰਗੀ, ਬੜਾ ਵਡਭਾਗਾ ਮਹਿਸੂਸ ਹੋ ਰਿਹਾ, ਬੜਾ ਕਿ ਤੁਹਾਡੇ ਪਾਸੋਂ ਅਸੀਂ ਵਿਚਾਰ ਸਰਵਣ ਕਰ ਰਹੇ ਹਾਂ। ਤੇ ਭਾਈ ਸਾਹਿਬ ਜੀ, ਇੱਕ ਗੱਲ ਹੋਰ, ਜਿਸ ਤਰ੍ਹਾਂ ਦੇ ਨਾਲ ਨਾ ਆਪਾਂ ਅਕਸਰ ਕਹਿੰਦੇ ਹਾਂ, ਆਪ ਜੀ ਨੂੰ ਮੇਰੀ ਆਵਾਜ਼ ਕਲੀਅਰ ਆ ਰਹੀ ਹੈ? ਜੀ ਬਹੁਤ। ਜੀ, ਜਿਸ ਤਰ੍ਹਾਂ ਦੇ ਨਾਲ ਆਪਾਂ ਅਕਸਰ ਕਹਿੰਦੇ ਆ ਕਿ ਪਰਮਾਤਮਾ ਦੀ ਰਜ਼ਾ ਤੋਂ ਬਿਨਾਂ ਨਾ ਕੋਈ ਚੀਜ਼ ਨਹੀਂ ਹੁੰਦੀ, ਤਾਂ ਕੀ ਆਪਾਂ ਜਿੰਨੀ ਮਤਲਬ ਆਪਾਂ ਸੋਚਦੇ ਜ਼ਰੂਰ ਆ ਕਿ ਅਸੀਂ ਦਿਨ ਦੇ ਵਿੱਚ ਅੱਠੇ ਪਹਿਰ ਸਵਾਸ ਨਾਮ ਸਿਮਰੀਏ, ਸਾਨੂੰ ਇਹ ਕਿਹਾ ਵੀ ਗਿਆ, ਪਰ ਅਸੀਂ ਸੋਚਦੇ ਕਿ ਪਰਮਾਤਮਾ ਦੇ ਮਿਹਰ ਤੋਂ ਬਿਨਾਂ ਅਜਿਹਾ ਹੁੰਦਾ ਨਹੀਂ। ਕਿਆ ਅਸੀਂ ਨਾਮ ਸਿਮਰਨ ਦਾ ਅਭਿਆਸ ਕਰੀਏ, ਜਾਂ ਮਿਹਰ ਜਿੰਨੀ ਦੇਰ ਤੱਕ ਨਹੀਂ ਹੁੰਦੀ ਉਹਦਾ ਇੰਤਜ਼ਾਰ ਕਰੀਏ? ਸਾਨੂੰ ਇਹ ਲੱਗਦਾ ਸਾਡੇ ਤੇ ਹਜੇ ਵਾਹਿਗੁਰੂ ਦੀ ਮਿਹਰ ਹੋਈ ਨਹੀਂ। ਕਿਆ ਇਹ ਸਾਡੇ ਬਹਾਨੇ ਹੁੰਦੇ ਨੇ, ਜਾਂ ਇਹ ਕੋਈ ਹੋਰ ਵੀ ਸਾਡੇ ਲਈ ਹਾਂਜੀ ਹੈ ਕੋਈ? ਹਾਂ, ਜਦੋਂ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਨਾਲ ਵਿਚਾਰ ਕਰਦੇ ਹਾਂ ਜੀ, ਤੇ ਮਹਾਰਾਜ ਸਮਝਾਉਂਦੇ ਨੇ, ਜਿਸ ਨੂੰ ਪਰਮਾਤਮਾ ਨੇ ਮਾਨਸ ਜਨਮ ਬਖਸ਼ਿਸ਼ ਕੀਤਾ ਹੈ ਨਾ, ਉਹਦੇ ਤੇ ਮਿਹਰ ਕੀਤੀ ਹੈ। ਸਭ ਤੋਂ ਵੱਡੀ ਮਿਹਰ, ਸਭ ਤੋਂ ਵੱਡੀ ਕਿਰਪਾ ਇਹਨੂੰ ਕਹਿੰਦੇ ਨੇ, ਤੁਮਰੀ ਕਿਰਪਾ ਤੇ ਮਾਨਕ ਦੇ ਪਾਈ ਹੈ। ਪਰਮੇਸ਼ਰ ਨੇ ਜਿਹੜਾ ਮਾਨਸ ਜਨਮ ਬਖਸ਼ਿਸ਼ ਕੀਤਾ, ਇਹ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ। ਤੇ ਮਾਨਸ ਜਨਮ ਜਦੋਂ ਸਾਨੂੰ ਬਖਸ਼ਿਸ਼ ਕੀਤਾ ਹੈ, ਤੇ ਨਾਲ ਹੀ ਸਾਨੂੰ ਸਵਾਸਾਂ ਦਾ ਧਨ ਦਿੱਤਾ ਹੋਇਆ। ਔਰ ਇਹ ਜਿਹੜੇ ਸਵਾਸ ਸਾਨੂੰ ਦਿੱਤੇ ਹੋਏ ਨੇ, ਇਹਨਾਂ ਸਵਾਸਾਂ ਨੂੰ ਵਰਤਣ ਵਾਸਤੇ ਸਾਨੂੰ ਪਰਮਾਤਮਾ ਨੇ ਇੱਕ ਅਕਲ ਕਲਾ ਦਿੱਤੀ ਹੈ, ਇੱਕ ਜੋਤ ਦਿੱਤੀ ਹੈ। ਅਸੀਂ ਆਪਣੀ ਉਸ ਅਕਲ ਕਲਾ ਦਾ ਇਸਤੇਮਾਲ ਕਰਦੇ ਹੋਇਆਂ ਆਪਣੇ ਜਿਹੜੇ ਸਵਾਸ ਆ, ਉਹਨਾਂ ਨੂੰ ਵੱਧ ਤੋਂ ਵੱਧ ਨਿਰਗੁਣ ਦੇ ਖਜ਼ਾਨੇ ਦੇ ਵਿੱਚ, ਪਰਮਾਤਮਾ ਦੇ ਹੁਕਮ ਦੇ ਵਿੱਚ ਜਮ੍ਹਾਂ ਕਰਾਉਣਾ ਹੁੰਦਾ। ਤੇ ਨਾਲ ਹੀ ਮਨ ਨੂੰ ਸਮਝਾਇਆ ਹੋਇਆ ਵਾ ਵੀ ਇਹ ਜਿਹੜੇ ਸਵਾਸ ਦਿੱਤੇ ਆ, ਆਪਣੀ ਅਕਲ ਤੇ ਕਲਾ ਦਾ ਇਸਤੇਮਾਲ ਕਰਕੇ ਤੂੰ ਇਹਨਾਂ ਦੀ ਮਨ ਦੀ ਪੱਟੀ ਦੇ ਉੱਪਰ ਲਿਖਣਾ ਵਾ। ਤੇ ਸਮਝਾਉਂਦੇ ਆਪਾਂ ਨੂੰ, ਫਰੀਦਾ ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਕਿ ਜਦੋਂ ਇਹ ਸਵਾਸ ਆਇਆ, ਨਾਲ ਹੀ ਤੁਸੀਂ ਦੇਖਣਾ ਵੀ ਇਸ ਸਵਾਸ ਨੂੰ ਤੁਸੀਂ ਕਿੱਥੇ ਖਰਚ ਕਰਨਾ ਵਾ। ਕਿਉਂਕਿ ਇਸ ਸਰੀਰ ਦੇ ਅੰਦਰ ਬਹੁਤ ਸਾਰੇ ਪਰਮਾਤਮਾ ਨੇ ਹੱਟ ਲਾਏ ਹੋਏ ਨੇ। ਹੱਟ ਤੋਂ ਭਾਵ ਕਿ ਜਿਸ ਤਰ੍ਹਾਂ ਆਪਾਂ ਸ਼ਾਪਸ ਕਹਿੰਦੇ ਹਾਂ, ਦੁਕਾਨਾਂ ਕਹਿੰਦੇ ਹਾਂ, ਤੇ ਗੁਰਬਾਣੀ 'ਚ ਕਹਿੰਦੇ ਨੇ, ਕਾਇਆ ਕੋਟ ਅਪਾਰ ਹੈ ਅੰਦਰ ਹੱਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਗੁਰੂ ਦੀ ਮੱਤ ਲੈ ਕੇ ਇਹ ਜਿਹੜੇ ਸਵਾਸ ਆ, ਇਹਨਾਂ ਸਵਾਸਾਂ ਨੂੰ ਪਰਮਾਤਮਾ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਕੇ ਅਸੀਂ ਮੋਖ ਹੱਟ ਤੋਂ ਨਾਮ ਦਾ ਪਦਾਰਥ ਪ੍ਰਾਪਤ ਕਰਨਾ ਹੁੰਦਾ। ਹੁਣ ਜੇ ਤਾਂ ਅਸੀਂ ਗੁਰੂ ਦੀ ਮੱਤ ਲਵਾਂਗੇ ਤੇ ਇਹ ਜਿਹੜੇ ਸਵਾਸ ਆ ਸਾਡੇ ਜਮ੍ਹਾਂ ਹੋਣਗੇ। ਤੇ ਜੇ ਮਨ ਇਹ ਪਾਉਣ ਵਿੱਚ ਮਿਲ ਕੇ, ਤੇ ਸਾਡੇ ਅੰਦਰ ਇੱਕ ਤ੍ਰੈ ਗੁਣ ਆ, ਜਿਹੜੇ ਤਿੰਨ ਹੱਟ ਆ, ਉਹ ਕਾਲ ਦੇ ਦਾਇਰੇ ਵਿੱਚ ਆ, ਜਿਨ੍ਹਾਂ ਨੂੰ ਗੁਰਬਾਣੀ 'ਚ ਕਹਿੰਦੇ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਜੇ ਮਨ ਤ੍ਰੈ ਗੁਣਾਂ ਦੇ ਵਿੱਚ ਚਲਾ ਜਾਂਦਾ ਆ, ਉਥੇ ਜਾ ਕੇ ਉਹਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪ੍ਰਗਟ ਹੋ ਜਾਂਦੇ ਆ। ਤੇ ਉਹਨਾਂ ਪੰਜਾਂ ਦੇ ਨਾਲ ਰਲ ਕੇ ਮਨ ਆਪਣੀ ਅਕਲ ਕਲਾ ਦਾ ਇਸਤੇਮਾਲ ਕਰਨਾ ਭੁੱਲ ਜਾਂਦਾ। ਮਨ ਵਸ ਦੂਤਾਂ ਦੁਰਮਤ ਦੋਏ। ਜਦੋਂ ਮਨ ਦੂਤਾਂ ਦੇ ਵਸ ਪੈ ਗਿਆ, ਤੇ ਆਪਣੇ ਜਿਹੜੇ ਸਵਾਸ ਆ, ਉਹ ਤ੍ਰਿਸ਼ਨਾਵਾਂ ਦੇ ਵਿੱਚ, ਦੁਬਿਧਾ ਵਿੱਚ, ਈਰਖਾ ਵਿੱਚ,
ਨਿੰਦਿਆ ਤੇ ਚੁਗਲੀ ਦੇ ਵਿੱਚ ਉਹਦੇ ਖਰਚ ਹੋਣ ਲੱਗ ਜਾਂਦੇ ਆ। ਤੇ ਮਾਤਾ ਪਿਤਾ ਪਰਮਾਤਮਾ ਤੇ ਇਹ ਨਹੀਂ ਚਾਹੁੰਦਾ ਕਿ ਜਿਹੜਾ ਮਨ ਆ ਆਪਣੇ ਸਵਾਸ ਉਹ ਗਲਤ ਖਰਚ ਕਰੇ। ਜਿਸ ਤਰ੍ਹਾਂ ਇੱਕ ਮਾਤਾ ਪਿਤਾ ਦੁਨਿਆਵੀ ਉਹ ਬੱਚੇ ਨੂੰ ਕੁਝ ਧਨ ਦਿੰਦੇ ਨੇ, ਪੈਸਾ ਦਿੰਦੇ ਨੇ, ਕੋਈ ਇਨਵੈਸਟਮੈਂਟ ਕਰੋ, ਕੋਈ ਬਿਜ਼ਨਸ ਕਰੋ, ਤੇ ਬੱਚਾ ਜੇ ਆਪਣੇ ਗਲਤ ਦੋਸਤਾਂ ਦੇ ਨਾਲ ਰਲ ਕੇ ਜੂਆ ਖੇਡਣਾ ਸ਼ੁਰੂ ਕਰ ਦੇ, ਸ਼ਰਾਬ ਪੀਣੀ ਸ਼ੁਰੂ ਕਰ ਦੇ, ਮਾੜਾ ਵਿਵਚਾਰ ਕਰਨਾ ਸ਼ੁਰੂ ਕਰ ਦੇ, ਤੇ ਉਹਦੇ ਆਂਢ ਗੁਆਂਢ ਦੇ ਲੋਕ ਦੇਖਣ ਤੇ ਉਹ ਕਵੇ ਕਿ ਮੇਰੇ ਮਾਂ ਪਿਓ ਨੇ ਇਸ ਤਰ੍ਹਾਂ ਹੀ ਕਿਹਾ ਸੀ, ਤੇ ਪਰ ਉਹ ਜਿਹੜੇ ਲੋਕ ਨੇ ਪਿੰਡ ਦੇ ਉਹਦੇ ਮਾਂ ਪਿਓ ਦਾ ਸੁਭਾਅ ਜਾਣਦੇ ਨੇ ਵੀ ਉਹਨਾਂ ਨੇ ਤੇ ਇਸ ਨੂੰ ਬਿਜ਼ਨਸ ਕਰਨ ਵਾਸਤੇ ਪੈਸੇ ਦਿੱਤੇ, ਪਰ ਇਹਨੇ ਜੂਆ ਖੇਡਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹੁੰਦੇ ਨੇ, ਜਾਗੇ ਹੋਏ ਹੁੰਦੇ ਨੇ, ਉਹ ਦੇਖਦੇ ਨੇ ਕਿ ਮਨ ਪਰਮਾਤਮਾ ਦੇ ਹੁਕਮ ਤੋਂ ਬਾਹਰ ਆਣ ਕੇ ਇਹ ਜਿਹੜੇ ਪੰਜ ਚੋਰ ਆ ਇਹਨਾਂ ਦੇ ਨਾਲ ਰਲ ਜਾਂਦਾ। ਪੰਜ ਚੋਰ ਚੰਚਲ ਚਿੱਤ ਚਾਲੇ, ਪਰ ਕਰ ਜੋ ਹੈ ਘਰ ਨਹੀਂ ਪਾਲੇ, ਕਾਇਆ ਨਗਰ ਢਹਿ ਢਹਿ ਢੇਰੀ, ਬਿਨਾਵੇਂ ਪਤ ਜਾਈ ਹੈ। ਇਹਨਾਂ ਦੇ ਨਾਲ ਰਲ ਕੇ ਤੇ ਆਪਣੇ ਸਵਾਸ, ਦੁਬਦਾ, ਈਰਖਾ, ਨਿੰਦਿਆ, ਚੁਗਲੀ ਵਿੱਚ ਖਰਚ ਕਰਨੇ ਸ਼ੁਰੂ ਕਰ ਦਿੰਦਾ। ਤੇ ਜੇ ਕੋਈ ਉਹਨੂੰ ਸਮਝਾਉਂਦਾ, ਉਹ ਕਹਿੰਦਾ ਹਾਲੇ ਮੇਰੇ ਮਾਤਾ ਪਿਤਾ ਦਾ ਹੁਕਮ ਨਹੀਂ ਹੋਇਆ, ਇਹ ਪਰਮੇਸ਼ਰ ਦਾ ਹੀ ਹੁਕਮ ਹੈ ਕਿ ਇਸ ਤਰ੍ਹਾਂ ਹੋਣਾ। ਉਥੇ ਫਿਰ ਜਿਹੜੇ ਗੁਰਮੁਖ ਆ ਉਹ ਫਿਰ ਦੇਖਦੇ ਆ ਤੇ ਉਹ ਕਹਿੰਦੇ ਵੀ ਨਹੀਂ, ਇਹ ਜਿਹੜਾ ਮਨ ਆ ਇਹ ਹੁਕਮ ਤੋਂ ਆਕੀ ਹੋ ਗਿਆ ਵਾ, ਇਹ ਪਰਮਾਤਮਾ ਦੇ ਹੁਕਮ ਤੋਂ ਬਾਹਰ ਚਲਾ ਗਿਆ ਵਾ, ਜਿਸ ਕਰਕੇ ਪਰਮਾਤਮਾ ਦੇ ਨਾਲ ਇਹਦਾ ਮਿਲਾਪ ਨਹੀਂ ਹੁੰਦਾ। ਤੇ ਉਹ ਫਿਰ ਸਾਨੂੰ ਸਮਝਾਉਂਦੇ, ਕਹਿੰਦੇ ਸਭਨਾ ਕਾ ਸੋ ਏਕ ਹੈ, ਸਦ ਹੀ ਰਹੇ ਹਦੂਰ, ਨਾਨਕ ਹੁਕਮ ਨਾ ਮੰਨੀ ਤਾਂ ਘਰ ਹੀ ਅੰਦਰ ਦੂਰ। ਹੁਣ ਬਹੁਤ ਸਾਰੇ ਜਿਹੜੇ ਮਨ ਆ ਉਹ ਹੁਕਮ ਤੋਂ ਬਾਹਰ ਚਲੇ ਗਏ। ਜੇ ਉਹਨਾਂ ਨੂੰ ਕਹੋ ਵੀ ਤੁਸੀਂ ਸਿਮਰਨ ਕਰੋ, ਨਾਮ ਜਪੋ, ਉਹ ਕਹਿਣਗੇ ਵੀ ਉਹਦੀ ਕਿਰਪਾ ਨਹੀਂ ਹੋ ਰਹੀ। ਤੇ ਕਿਰਪਾ ਤਾਂ ਉਸਨੇ ਕੀਤੀ ਹੋਈ ਹੈ ਸਾਡੇ ਤੇ, ਮਾਨਸਾਂ ਨੂੰ ਭੇਜ ਕੇ ਅਕਲ ਕਲਾ ਦਿੱਤੀ, ਜੋਤ ਦਿੱਤੀ ਵੀ ਨਾਮ ਜਪਣ ਵਾਸਤੇ, ਪਰ ਉਹ ਹੁਣ ਹੁਕਮ ਤੋਂ ਬਾਹਰ ਚਲੇ ਗਏ ਆ। ਇਸ ਕਰਕੇ ਜਿਹੜੇ ਜਾਗੇ ਹੋਏ ਗੁਰਮੁਖ ਉਹ ਸਮਝਾਉਂਦੇ, ਕਹਿੰਦੇ ਨੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਵੀ ਜੋ ਤੁਸੀਂ ਕਰ ਰਹੇ ਹੋ ਇਹ ਪਰਮਾਤਮਾ ਦਾ ਹੁਕਮ ਨਹੀਂ ਹੈਗਾ। ਜੇ ਤੁਸੀਂ ਪਰਮਾਤਮਾ ਦਾ ਹੁਕਮ ਮੰਨਿਆ ਹੁੰਦਾ ਤੇ ਤੁਸੀਂ ਆਪਣੇ ਘਰ ਚਲੇ ਗਏ ਹੁੰਦੇ। ਆਪਣਾ ਘਰ ਕਿਹੜਾ ਆ ਉਹਨੂੰ ਕਹਿੰਦੇ ਨੇ ਨਿੱਜ ਘਰ, ਥਿਰ ਘਰ, ਸਹਿਜ ਘਰ, ਦਸਵਾਂ ਦੁਆਰ। ਵੀ ਤੁਸੀਂ ਹੁਕਮ ਨਹੀਂ ਮੰਨਿਆ, ਜਿਸ ਕਰਕੇ ਤੁਸੀਂ ਘਰ ਤੋਂ ਬਾਹਰ ਜੇ। ਤੁਸੀਂ ਹੁਕਮ ਮੰਨਣਾ ਸੀ ਤੇ ਹੁਕਮ ਮੰਨ ਕੇ ਤੁਸੀਂ ਆਪਣੇ ਘਰ ਜਾਣਾ ਸੀ। ਹੁਣ ਜੋੜੇ ਵੀ ਇਹ ਕਰਦੇ ਨੇ ਗੁਰੂ, ਕਈ ਕਹਿੰਦੇ ਸਿਮਰਨ ਜਦੋਂ ਕਰਾਉਣ, ਉਹ ਸਿਰਫ ਇੱਕ ਕਾਲ ਦੇ ਵੱਸ ਹੋ ਜਾਂਦੇ ਨੇ ਤੇ ਕਾਲ ਉਹਨਾਂ ਨੂੰ ਇੱਕ ਬਹਾਨੇ ਤੇ ਲਾ ਦਿੰਦਾ। ਉਹਨਾਂ ਨੂੰ ਪਰਮੇਸ਼ਰ ਦਾ ਨਾਮ ਜਪਣ ਲੱਗਿਆ ਔਖਿਆਈ ਹੁੰਦੀ ਆ। ਉਹ ਪਰਮਾਤਮਾ ਦਾ ਹੁਕਮ ਨਹੀਂ ਹੁੰਦਾ। ਉਹ ਜਿਹੜਾ ਤੁਸੀਂ ਬਚਨ ਕੀਤਾ ਵੀ ਉਹ ਇੱਕ ਬਹਾਨਾ ਕੱਢਦੇ ਨੇ। ਉਹ ਬਹਾਨਾ ਕਦੋਂ ਕੱਢਦੇ ਨੇ? ਜਦੋਂ ਮਨ ਦੂਤਾਂ ਦੇ ਵੱਸ ਵਿੱਚ ਹੁੰਦਾ। ਮਨ ਵੱਸ ਦੂਤਾਂ, ਜਿਹੜਾ ਮਨ ਦੂਤਾਂ ਦੇ ਵੱਸ ਹੋ ਗਿਆ ਤੇ ਪਾਤਸ਼ਾਹ ਕਹਿੰਦੇ ਨੇ ਉਹਦੀ ਅਵਸਥਾ ਕੀ ਬਣ ਜਾਂਦੀ ਆ? ਅੰਮ੍ਰਿਤ ਕੌੜਾ, ਵਿਖਿਆ ਮੀਠੀ। ਉਹਨੂੰ ਕਹੋਗੇ ਨਾ ਨਾਮ ਜਪੋ, ਸਿਮਰਨ ਕਰੋ, ਪਰਮਾਤਮਾ ਨਾਲ ਜੁੜੋ, ਉਹਨੂੰ ਚੰਗੀਆਂ ਨਹੀਂ ਲੱਗਣਗੀਆਂ ਗੱਲਾਂ। ਉਹਦੇ ਕੋਲ ਸਾਰਾ ਦਿਨ ਭਾਵੇਂ ਨਿੰਦਿਆ ਚੁਗਲੀ ਦੀਆਂ ਗੱਲਾਂ ਕਰੀ ਜਾਓ, ਉਹਨੂੰ ਉਹ ਮਿੱਠਾ ਲੱਗੇਗਾ। ਅੰਮ੍ਰਿਤ ਕੌੜਾ, ਵਿਖਿਆ ਮੀਠੀ, ਸਾਕਤ ਕੀ ਬਿਦ ਨੇਤਰੋਂ ਡੀਠੀ, ਕੂੜ ਕਪਟ ਹੰਕਾਰ ਰਜਾਨਾ, ਨਾਮ ਸੁਣਤ ਜਨ ਵਿਸ਼ੂ ਡਸ਼ਾਨਾ। ਉਹਦੀ ਹਾਲਤ ਮਾਰੇ ਕਹਿੰਦੇ ਇੱਕ ਕਊਏ ਵਰਗੀ ਹੋ ਜਾਂਦੀ। ਜਿਸ ਤਰ੍ਹਾਂ ਕਊਆ, ਉਹਦੇ ਅਗਰ ਅੰਮ੍ਰਿਤ ਦਾ ਪਿਆਲਾ ਰੱਖੋ ਤੇ ਅੰਮ੍ਰਿਤ ਦੀ ਬਜਾਏ ਉਹ ਗੰਦਗੀ ਵਿੱਚ ਚੁੰਝਾਂ ਮਾਰਦਾ। ਇਸੇ ਤਰ੍ਹਾਂ ਜਿਹੜਾ ਮਨਮੁਖ ਇਹਨਾਂ ਦੂਤਾਂ ਦੇ ਵੱਸ ਹੋ ਜਾਂਦਾ, ਉਹ ਫਿਰ ਉਹ ਹੁਕਮ ਤੋਂ ਬਾਹਰ ਹੋ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਨੇ, ਨਾ ਹਰ ਜਸ ਸੁਣੇ, ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ, ਐਸੇ ਲੋਗਨ ਸੇ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਝ, ਤਿਨ ਤੇ ਸਦਾ ਡਰਾਨੇ ਰਹੀਏ। ਉਹ ਪਰਮਾਤਮਾ ਦੀ ਭਗਤੀ ਤੋਂ ਬਾਹਰ ਹੋ ਜਾਂਦੇ ਨੇ, ਕਾਲ ਦੇ ਵੱਸ ਚਲੇ ਜਾਂਦੇ ਨੇ ਤੇ ਉਹ ਬਹਾਨੇ ਘੜਦੇ ਰਹਿੰਦੇ ਨੇ। ਪਰਮਾਤਮਾ ਦਾ ਹੁਕਮ ਨਹੀਂ ਐਸਾ। ਉਹ ਤੇ ਕਹਿੰਦੇ ਨੇ ਆਠ ਪੈਰ ਆਰਾਧੀਏ, ਪੂਰਨ ਸਤਿਗੁਰ ਗਿਆਨ। ਪਰਮਾਤਮਾ ਤੇ ਚਾਹੁੰਦੇ ਨੇ ਵੀ ਮੈਂ ਆਹ ਸਵਾਸ ਦੇ ਰਿਹਾ ਕਿ ਮੇਰਾ ਬੱਚਾ ਹਰ ਇੱਕ ਸਵਾਸ ਤੇ ਮੈਨੂੰ ਯਾਦ ਕਰੇ। ਗੋਬਿੰਦ ਭਾਉ ਭਗਤ ਕਾ ਭੁੱਖਾ। ਉਹ ਚਾਹੁੰਦੇ ਨੇ ਵੀ ਮੈਂ ਸਵਾਸ ਦਿੱਤਾ, ਇਸ ਕਰਕੇ ਉਹਨਾਂ ਨੇ ਇਹ ਸਵਾਸਾਂ ਦਾ ਧਨ ਗੁਪਤ ਰੱਖਿਆ ਹੋਇਆ ਵੀ ਸਾਡਾ ਪਿਆਰ ਬਣਿਆ ਰਵੇ। ਵੀ ਇੱਕ ਸਵਾਸ ਆਇਆ, ਅਗਲਾ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ।
ਇਸ ਕਰਕੇ ਅਸੀਂ ਹਰ ਇੱਕ ਸਵਾਸ ਤੇ ਉਹਨੂੰ ਯਾਦ ਕਰਦੇ ਰਹੀਏ। ਜੇਤਾ ਸਾਸ ਗਰਾਸ ਮਾਂ ਲੇਤਾ ਤੇ ਹੀ ਗੁਣ ਗਾਈਏ। ਪਰਮਾਤਮਾ ਚਾਹੁੰਦੇ ਕਿ ਹਰ ਇੱਕ ਸਵਾਸ ਤੇ ਬੱਚਾ ਮੇਰੇ ਨਾਲ ਪਿਆਰ ਕਰੇ, ਮੇਰੇ ਵੱਲ ਦੇਖੇ, ਮੇਰੇ ਵੱਲ ਧਿਆਨ ਧਰੇ, ਮੈਨੂੰ ਯਾਦ ਕਰੇ, ਮੇਰੇ ਉਸਤਤ ਕਰੇ। ਪਰ ਮਨ ਦੂਤਾਂ ਦੇ ਵੱਸ ਹੋ ਜਾਂਦਾ, ਫਿਰ ਬਹਾਨੇ ਕੱਢਦਾ। ਪਰਮਾਤਮਾ ਨਹੀਂ ਉਸ ਨੂੰ ਦੂਰ ਕਰਦਾ, ਉਹ ਆਪ ਹੀ ਐਸੀ ਅਵਸਥਾ ਵਿੱਚ ਚਲਾ ਜਾਂਦਾ। ਹਾਂਜੀ ਵਾਹਿਗੁਰੂ ਜੀ, ਮਤਲਬ ਬਹੁਤ ਇਹ ਇੱਕ ਮੇਰੇ ਜਹਨ ਦਾ ਬਹੁਤ ਜ਼ਰੂਰੀ ਸਵਾਲ ਸੀ ਕਿ ਜਿਸ ਤਰ੍ਹਾਂ ਦੇ ਨਾਲ ਆਪਾਂ ਕਹਿੰਦੇ ਹਾਂ ਕਿ ਲੇਕਿਨ ਭਾਈ ਸਾਹਿਬ ਜੀ ਦੇਖੋ, ਜਦੋਂ ਆਪਾਂ ਨਾ ਆਮ ਆਪਣਾ ਜਿੱਦਾਂ ਤੁਸੀਂ ਕਿਹਾ ਕਿ ਕਾਲ ਦੂਤਾਂ ਦੇ ਵਸਤਰ ਦੇ ਵਿੱਚ ਮਨੁੱਖਾ ਦੇਹੀ ਪਈ ਹੋਈ ਹੈ, ਅਸੀਂ ਇਹ ਸਾਰੇ ਕੰਮ ਕਰਦੇ ਰਹੀਏ ਤਾਂ ਸਾਡੇ ਮਨ ਦੇ ਵਿੱਚ ਕੋਈ ਫਾਲਤੂ ਫੁਰਨੇ ਨਹੀਂ ਆਉਣਗੇ ਸ਼ਾਇਦ। ਲੇਕਿਨ ਜਦੋਂ ਅਸੀਂ ਸਿਮਰਨ ਕਰਨ ਬੈਠਦੇ ਆ ਨਾ, ਜਦੋਂ ਅਸੀਂ ਬਾਣੀ ਪੜ੍ਹਨ ਬੈਠਦੇ ਆ, ਫਿਰ ਸਾਡੇ ਦਿਮਾਗ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਪਿਛਲੀਆਂ ਜੋ ਗੱਲਾਂ, ਜੋ ਸਾਰਾ ਮਤਲਬ ਆਉਂਦਾ ਰਹਿੰਦਾ। ਧਿਆਨ ਨਹੀਂ ਮਤਲਬ ਸ਼ਾਇਦ ਜਿੱਦਾਂ ਤੁਸੀਂ ਕਿਹਾ ਕਿ ਧਿਆਨ ਨਹੀਂ ਲੱਗਦਾ। ਧਿਆਨ ਜਿੰਨੀ ਦੇਰ ਔਰ ਆਪਣੇ ਅੰਦਰੋਂ ਫੀਲ ਹੁੰਦਾ ਰਹਿੰਦਾ ਕਿ ਜਿੰਨੀ ਦੇਰ ਧਿਆਨ ਨਹੀਂ ਲੱਗਦਾ ਉਨੀ ਦੇਰ ਪੜ ਕਿੱਦਾਂ ਪੜ੍ਹੀਏ, ਪੜ੍ਹਨ ਦਾ ਫਾਇਦਾ ਕਿੱਦਾਂ ਹੁੰਦਾ। ਹਾਂਜੀ, ਇੱਥੇ ਫਿਰ ਮਹਾਰਾਜ ਨੇ ਸਮਝਾਇਆ ਸਾਨੂੰ ਕਿ ਜਦੋਂ ਅਸੀਂ ਕਰਮ ਕਰਦੇ ਹਾਂ ਉਦੋਂ ਤਾਂ ਹੁੰਦੇ ਹੀ ਅਸੀਂ ਕਾਲ ਦੇ ਦਾਇਰੇ ਦੇ ਵਿੱਚ ਹਾਂ। ਕਿਉਂਕਿ ਜਿਹੜਾ ਸਾਡਾ ਮਨ ਆ ਜਦੋਂ ਪਾਉਣ ਦੇ ਵਿੱਚ ਮਿਲਿਆ ਹੁੰਦਾ, ਉਦੋਂ ਅਸੀਂ ਕਾਲ ਦੇ ਇਲਾਕੇ ਦੇ ਵਿੱਚ ਹੁੰਦੇ ਹਾਂ। ਤੇ ਜਦੋਂ ਅਸੀਂ ਕਾਲ ਦੇ ਦੇਸ਼ ਨੂੰ ਛੱਡ ਕੇ ਤੇ ਆਪਣੇ ਦੇਸ਼ ਜਾਣਾ ਹੁੰਦਾ ਵਾ, ਜਿਹੜਾ ਆਪਣੇ ਘਰ ਜਾਣਾ ਹੁੰਦਾ, ਜਿਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਦ ਸੱਚੇ ਕਰਵਾਰਾ। ਤੇ ਜਦੋਂ ਮਨ ਆਪਣੇ ਘਰ ਨੂੰ ਜਾਣਾ ਸ਼ੁਰੂ ਕਰਦਾ ਤੇ ਇਹ ਜਿਹੜੇ ਰੁਕਾਵਟ ਖੜੀ ਕਰਦੇ, ਇਹਨੂੰ ਕਹਿੰਦੇ ਨੇ ਪੰਜ ਵਿਕਾਰ। ਜਿਹੜੇ ਸਾਡੇ ਅੰਦਰ ਫੁਰਨੇ, ਸਹਿੰਸੇ, ਚਿੰਤਾਵਾਂ, ਕਈ ਗੱਲਾਂ ਦਾ ਸਾਨੂੰ ਚੇਤਾ ਆਉਣਾ ਸ਼ੁਰੂ ਹੋ ਜਾਂਦਾ, ਇਹ ਫਿਰ ਸਾਡੇ ਅੰਦਰ ਰੁਕਾਵਟ ਖੜੀ ਕਰਦੇ ਨੇ। ਇਹਨੂੰ ਫਿਰ ਗੁਰਬਾਣੀ 'ਚ ਕਹਿੰਦੇ ਨੇ ਪੰਜ ਦੂਤ ਚਿਤਵੇ ਵਿਕਾਰਾ, ਮਾਇਆ ਮੋਹ ਕਾਏ ਪਸਾਰਾ। ਹੁਣ ਇਹ ਵਿਚਾਰ ਫੁਰਨੇ ਸਾਡੇ ਅੰਦਰ ਪੈਦਾ ਕਰਦੇ ਨੇ ਵੀ ਸਾਡਾ ਧਿਆਨ ਇੱਧਰ ਖਿੱਚਿਆ ਰਵੇ। ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਨਾ ਬਾਹਰ ਆ ਧਰਤੀ ਆ, ਤੇ ਧਰਤੀ ਦੇ ਉੱਪਰ ਆਪਾਂ ਦੇਖਦੇ ਹਾਂ ਆਕਾਸ਼ ਆ, ਤੇ ਸੈਂਟਰ ਦੇ ਵਿੱਚ ਇੱਕ ਧਵਲ ਆ, ਵੈਕਿਊਮ ਪੈਕ ਆ। ਆਪਾਂ ਕੋਈ ਚੀਜ਼ ਸੁੱਟਦੇ ਹਾਂ, ਹੱਥ ਵਿੱਚੋਂ ਛੱਡਦੇ ਹਾਂ, ਉਹ ਧਰਤੀ ਵੱਲ ਖਿੱਚੀ ਤੁਰੀ ਜਾਂਦੀ ਆ। ਕਿਉਂ ਖਿੱਚੀ ਤੁਰੀ ਜਾਂਦੀ ਹੈ? ਕਿਉਂਕਿ ਧਰਤੀ ਦੀ ਆਪਣੀ ਇੱਕ ਸ਼ਕਤੀ ਆ, ਗ੍ਰੈਵੀਟੇਸ਼ਨਲ ਫੋਰਸ ਆ, ਇਹ ਖਿੱਚ ਲੈਂਦੀ ਆ। ਥੋੜਾ ਜਿਹਾ ਆਪਾਂ ਉੱਪਰ ਚਲੇ ਜਾਈਏ, ਜਿੱਥੇ ਜਾ ਕੇ ਉਹ ਵੈਕਿਊਮ ਪੈਕ ਆਉਂਦਾ ਵਾ, ਉੱਥੇ ਧਰਤੀ ਦੀ ਕਸ਼ਿਸ਼ ਖਤਮ ਹੋ ਜਾਂਦੀ ਆ। ਗੁਰਬਾਣੀ 'ਚ ਉਸ ਨੂੰ ਧਵਲ ਕਹਿੰਦੇ ਆ। ਉਸ ਤੋਂ ਥੋੜਾ ਜਿਹਾ ਉੱਪਰ ਚਲੇ ਜਾਂਦੇ ਆ ਤੇ ਦੂਸਰੇ ਗ੍ਰਹਿ ਦੀ ਕਸ਼ਿਸ਼ ਸ਼ੁਰੂ ਹੋ ਜਾਂਦੀ ਆ। ਇਸੇ ਤਰ੍ਹਾਂ ਆਪਣੇ ਅੰਦਰ ਆ ਇੱਕ ਪਾਸੇ ਆ ਪੌਣ ਚੱਲਦੀ ਆ ਆਪਣੇ ਅੰਦਰ। ਆ ਜਿਹੜਾ ਆਪਾਂ ਸਵਾਸ ਲੈ ਰਹੇ ਹਾਂ, ਇਹ ਪੌਣ ਇੱਥੋਂ ਹੇਠਾਂ ਪ੍ਰਵੇਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਜਿੱਥੋਂ ਪੌਣ ਹੇਠਾਂ ਆਉਂਦੀ ਆ, ਇਹ ਸੈਂਟਰ ਦੇ ਵਿੱਚ, ਇਸ ਨੂੰ ਗੁਰਬਾਣੀ 'ਚ ਕਹਿੰਦੇ ਨੇ ਸੁੰਨ, ਧਵਲ ਕਹਿ ਦਿੱਤਾ। ਇਸ ਤੋਂ ਉੱਪਰ ਆਪਣੇ ਸ਼ਬਦ ਮੰਡਲ ਆ, ਜਿੱਥੋਂ ਸੁਖਮਨ ਖੁੱਲ੍ਹਦੀ ਆ ਤੇ ਆਪਣੇ ਅੰਦਰ ਅਨਹਦ ਸ਼ਬਦ ਪ੍ਰਗਟ ਹੋ ਜਾਂਦੇ ਆ। ਇਹਨੂੰ ਚੌਥਾ ਪਦ ਕਹਿੰਦੇ ਆ। ਇਹ ਪੌਣ ਦੇ ਵਿੱਚ ਜਿਹੜਾ ਮਲ ਮਿਲਿਆ, ਇਹਨੂੰ ਕਹਿੰਦੇ ਨੇ ਤ੍ਰੈ ਗੁਣ। ਹੁਣ ਜਿਹੜਾ ਮਨ ਪੌਣ ਦੇ ਵਿੱਚ ਮਿਲਿਆ ਹੋਇਆ ਵਾ, ਉਹਦੇ ਅੰਦਰ ਵਿਚਾਰ ਫੁਰਨੇ ਚੱਲਦੇ ਰਹਿੰਦੇ ਆ। ਰਜੋਗੁਣੀ ਫੁਰਨੇ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾ, ਤਮੋਗੁਣੀ ਫੁਰਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸੇ ਤਰ੍ਹਾਂ ਸਤੋਗੁਣੀ ਫੁਰਨੇ ਨੇ। ਇਹ ਜਿਹੜੇ ਤ੍ਰੈ ਗੁਣ ਨੇ, ਇਹਨਾਂ ਨੂੰ ਗੁਰਬਾਣੀ 'ਚ ਕਹਿਤਾ ਮਾਇਆ। ਰਜਗੁਣ, ਤਮਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋਰ ਨਰ ਚੀਨੇ, ਤਿੰਨ ਹੀ ਪਰਮ ਪਦ ਪਾਇਆ। ਹੁਣ ਫਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਇਹ ਜਿਹੜੇ ਤ੍ਰੈ ਗੁਣ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਦੋਂ ਆਪਾਂ ਸਿਮਰਨ ਕਰਦੇ ਤੇ ਬੜੇ ਵਿਚਾਰ ਆਉਂਦੇ ਨੇ, ਫੁਰਨੇ ਆਉਂਦੇ ਨੇ, ਤੇ ਕਿਸ ਤਰ੍ਹਾਂ ਰੁਕੀਏ? ਇਹ ਹਰ ਇੱਕ ਦਾ ਹੀ ਸਵਾਲ ਹੁੰਦਾ ਵਾ ਕਿ ਸਾਡਾ ਮਨ ਨਹੀਂ ਟਿਕਦਾ, ਮਨ ਦੇ ਅੰਦਰ ਵਿਚਾਰ ਨੇ, ਫੁਰਨੇ ਨੇ। ਉਹ ਇਹ ਪਾਉਣ ਦਾ ਸੰਤੁਲਨ ਵਿਗੜਿਆ ਹੁੰਦਾ ਵਾ। ਤੁਸੀਂ ਸਵਾਸ ਲੈ ਕੇ ਦੇਖੋਗੇ, ਇਹ ਪੌਣ ਇੱਕ ਪਾਸੇ ਵੱਧ ਜਾਂਦੀ, ਇੱਕ ਪਾਸੇ ਘੱਟ, ਕਦੀ ਦੂਸਰੀ ਸੁਰ ਵੱਧ ਗਈ, ਕਦੇ ਇੱਧਰਲੀ, ਜਿਸ ਕਰਕੇ ਸਾਡੇ ਅੰਦਰ ਵਿਚਾਰ ਚੱਲਦੇ। ਇਥੋਂ ਫਿਰ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਜਦੋਂ ਸਿਮਰਨ ਕਰਨਾ, ਇਹਨਾਂ ਵਿਚਾਰਾਂ ਨੂੰ ਰੋਕਣਾ, ਇਸ ਪੌਣ ਨੂੰ ਸਮ ਕਰਨਾ ਆਪਾਂ। ਤੇ ਜਦੋਂ ਪੌਣ ਨੂੰ ਸਮ ਕਰਾਂਗੇ, ਪੌਣ ਨਾਲੋਂ ਵੱਖ ਹੋ ਜਾਵਾਂਗੇ, ਅਸੀਂ ਧਵਲ ਵਿੱਚ ਚਲੇ ਜਾਵਾਂਗੇ। ਉਥੋਂ ਫਿਰ ਇਹ ਪੌਣ ਨਾਲ ਜੋ ਸੰਬੰਧ ਟੁੱਟ ਗਿਆ,
ਇਹ ਵਿਚਾਰ ਸਾਨੂੰ ਹੇਠਾਂ ਨਹੀਂ ਖਿੱਚਣਗੇ। ਉਸ ਵਾਸਤੇ ਫਿਰ ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ ਹੈ ਤੇ ਗੁਰਬਾਣੀ ਵਿੱਚ ਫਿਰ ਸਾਨੂੰ ਇੱਥੇ ਸਿਮਰਨ ਕਰਨ ਦੀ ਜੁਗਤੀ ਦੱਸਦੇ ਆ। ਇੱਥੋਂ ਹੀ ਫਿਰ ਸ਼ੁਰੂ ਹੁੰਦਾ ਜਿਹਨੂੰ ਮਾਰੇ ਗੁਰਬਾਣੀ 'ਚ ਕਹਿੰਦੇ ਨੇ ਵੀ ਇਸ ਕਾਇਆ ਦਾ ਭੇਦ ਸਿਮਰਨ ਦੁਆਰਾ ਕਿਵੇਂ ਅਸੀਂ ਸਿਮਰਨ ਕਰਨਾ। ਜੁਗਤੀ ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹੱਸੰਦਿਆਂ ਖਲੰਦਿਆਂ ਪਹਿਨੰਦਿਆਂ ਖਵਾਉਂਦਿਆਂ ਵਿੱਚ ਹੋਵੇ ਮੁਕਤ। ਇਥੋਂ ਫਿਰ ਉਹਨਾਂ ਦੱਸਿਆ ਵੀ ਕਿਵੇਂ ਸੁਖੀ ਹੋ ਸਕਦੇ ਹੋ। ਇਹ ਜਿਹੜਾ ਮਨ ਆ ਇਹਨੂੰ ਪਾਉਣ ਨੂੰ ਸਮ ਕਰਨਾ ਆਪਾਂ। ਮਨ ਭਵਨੇ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ, ਗੁਰ ਦਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲਈਏ ਦਰਵਾਜੇ, ਬਾਜੀਏ ਲਿਆ ਨਾ ਹੱਦ ਬਾਜੇ। ਜਦੋਂ ਆਪਾਂ ਪਾਉਣ ਨੂੰ ਸਮ ਕਰ ਲਿਆ, ਕਿਵੇਂ ਸਮ ਕਰਨਾ? ਜਦੋਂ ਇਹ ਪਾਉਣ ਅੰਦਰ ਜਾ ਰਹੀ ਉਹਦੇ ਵਿੱਚ ਆਪਾਂ ਸ਼ਬਦ ਮਿਲਾ ਦੇਣਾ ਹੁੰਦਾ। ਇਸੇ ਤਰ੍ਹਾਂ ਪਾਉਣ ਨਾਭੀ ਤੋਂ ਟਕਰਾ ਕੇ ਜਦੋਂ ਵਾਪਸ ਆਉਂਦੀ ਆ ਉਹਦੇ ਵਿੱਚ ਵੀ ਸ਼ਬਦ ਮਿਲਾ ਦੇਣਾ। ਇਸ ਨੂੰ ਫਿਰ ਪਾਤਸ਼ਾਹ ਕਹਿੰਦੇ ਨੇ ਸਾਸ ਗ੍ਰਾਸ ਸਿਮਰਨ ਕਰੋ। ਔਰ ਧਿਆਨ ਕਿੱਥੇ ਰੱਖਣਾ? ਗੁਰਬਾਣੀ ਵਿੱਚ ਫਿਰ ਸਾਨੂੰ ਸਮਝਾਇਆ। ਮਰ ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਧੁਨ ਕਹਿੰਦੇ ਨੇ ਆਵਾਜ਼ ਨੂੰ, ਜਿਸ ਤਰ੍ਹਾਂ ਆਪਾਂ ਬੋਲਣਾ ਵਾਹਿਗੁਰੂ, ਤੇ ਸਾਰਾ ਧਿਆਨ ਕੰਸਨਟਰੇਟ ਆਪਣੀ ਆਵਾਜ਼ ਵਿੱਚ ਕਰਨਾ। ਬੋਲਣਾ ਸੁਣਨਾ। ਆਪਸ ਕੋ ਆਪੇ ਆਦੇਸ਼, ਜਦੋਂ ਅਸੀਂ ਆਪ ਹੀ ਬੋਲਾਂਗੇ ਆਪ ਹੀ ਸੁਣਾਂਗੇ, ਤ੍ਰੈ ਗੁਣ ਮੈਂ ਨਾਹੀ ਪ੍ਰਵੇਸ਼। ਤੇ ਤਿੰਨਾਂ ਗੁਣਾਂ ਦੇ ਵਿੱਚੋਂ ਜਿਹੜਾ ਮਨ ਆ ਹੌਲੀ ਹੌਲੀ ਵੱਖ ਹੋਣਾ ਸ਼ੁਰੂ ਹੋ ਜਾਏਗਾ। ਵਿਚਾਰ ਰੁਕਣ ਲੱਗ ਜਾਣਗੇ। ਸਾਡੇ ਅੰਦਰ ਇੱਕ ਸਹਿਜ ਅਵਸਥਾ ਪ੍ਰਗਟ ਹੋਣੀ ਸ਼ੁਰੂ ਹੋ ਜਾਏਗੀ। ਇਸ ਕਰਕੇ ਮਹਾਰਾਜ ਨੇ ਕਿਹਾ ਸਾਸ ਗ੍ਰਾਸ ਸਿਮਰਨ ਕਰੋ। ਵੀ ਇਸ ਤਰ੍ਹਾਂ ਸਿਮਰਨ ਕਰਨਾ, ਸਰਵਣੀ ਸੁਣੀਏ, ਰਸਨਾ ਗਾਈਏ, ਹਿਰਦੇ ਧਿਆਈਏ ਸੋਈ। ਮੁਖ ਨਾਲ ਬੋਲਣਾ ਵਾਹਿਗੁਰੂ ਵਾਹਿਗੁਰੂ। ਇਹ ਜਿਹੜੀਆਂ ਤਿੰਨ ਗਿਆਨ ਇੰਦਰੀਆਂ ਆਪਣੀਆਂ ਨੇਤਰਾਂ ਨੂੰ ਬੰਦ ਕਰ ਲੈਣਾ, ਰਸਨਾ ਨਾਲ ਬੋਲਣਾ, ਕੰਨਾਂ ਦੇ ਨਾਲ ਜਦੋਂ ਸੁਣਾਂਗੇ ਪੌਣ ਸਮ ਹੁੰਦੀ ਜਾਏਗੀ, ਵਿਚਾਰ ਫੁਰਨੇ ਰੁਕਣ ਲੱਗ ਜਾਣਗੇ। ਤੇ ਪਾਤਸ਼ਾਹ ਕਹਿੰਦੇ ਨੇ ਵਿਚਾਰ ਮਾਰੇ ਤਰੇ ਤਾਰੇ, ਉਲਟ ਜੂਨ ਨਾ ਆਵੇ। ਸੋ ਜਦੋਂ ਵੀ ਆਪਾਂ ਸਿਮਰਨ ਕਰਨਾ ਇਸ ਤਰ੍ਹਾਂ। ਫਿਰ ਜਦੋਂ ਅਸੀਂ ਗੁਰਬਾਣੀ ਪੜ੍ਹਨੀ ਆ, ਕਈ ਦਫਾ ਗੁਰਬਾਣੀ ਪੜ੍ਹਦਿਆਂ ਵੀ ਮਨ ਦੇ ਅੰਦਰ ਵਿਚਾਰ ਆਉਂਦੇ ਨੇ, ਜੀਵ ਪੜ੍ਹ ਰਿਹਾ ਹੁੰਦਾ ਤੇ ਬਾਹਰ ਮਨ ਚਲਾ ਜਾਂਦਾ। ਜਦੋਂ ਅਸੀਂ ਗੁਰਬਾਣੀ ਪੜ੍ਹਨੀ ਆ, ਨਾਲ ਨਾਲ ਪੋਥੀ ਸਾਹਿਬ ਦੇ ਉੱਪਰ ਦੇਖਣਾ, ਨਾਲ ਅਸੀਂ ਉੱਚੀ ਬੋਲ ਕੇ ਪੜ੍ਹਨਾ ਤੇ ਨਾਲ ਕੰਨਾਂ ਦੇ ਨਾਲ ਸੁਣਨਾ। ਜਦੋਂ ਅਸੀਂ ਪੜਾਂਗੇ ਰਸਨਾ ਨਾਲ ਬੋਲ ਕੇ ਔਰ ਸੁਣਾਂਗੇ ਤੇ ਖੋਜ ਕਰਾਂਗੇ, ਫਿਰ ਮਨ ਬਾਹਰ ਨਹੀਂ ਜਾਏਗਾ ਸਾਡਾ। ਇਸੇ ਤਰ੍ਹਾਂ ਜਦੋਂ ਸਿਮਰਨ ਕਰਾਂਗੇ ਆਪਣੀ ਆਵਾਜ਼ ਵਿੱਚ, ਇਹਨੂੰ ਕਹਿੰਦੇ ਨੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਫਿਰ ਸਾਡੇ ਅੰਦਰ ਸਹਿਜ ਅਵਸਥਾ ਪੈਦਾ ਹੋ ਜਾਏਗੀ। ਫਿਰ ਇਹ ਜਿਸ ਤਰ੍ਹਾਂ ਵਿਚਾਰ ਇੱਧਰ ਉੱਧਰ ਮਨ ਘੁੰਮਦਾ, ਇਹ ਰੁਕਣ ਲੱਗ ਜਾਏਗਾ। ਇਸੇ ਨੂੰ ਮਹਾਰਾਜ ਨੇ ਕਿਹਾ, ਬਾਣੀ ਦੇ ਵਿੱਚ ਸਮਝਾਉਂਦੇ ਨੇ, ਅਲੋਹ ਆਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ, ਹੋਏ ਪਏ ਖਾਕ ਫਕੀਰ ਮੁਸਾਫਰ, ਦਰ ਦਰਵੇਸ਼ ਕਬੂਲ ਦਰਾ। ਇੱਧਰ ਉੱਧਰ ਦੇ ਜਿਹੜੀਆਂ ਖਿਆਲ ਨੇ ਫੁਰਨੇ ਨੇ, ਉਹਨਾਂ ਨੂੰ ਰੋਕਦਾ ਰੋਕਦਾ ਉਸ ਮਾਲਕ ਦੇ ਦਰ ਤੇ ਆਪਾਂ ਪ੍ਰਵੇਸ਼ ਹੋਣਾ ਹੁੰਦਾ। ਹਾਂਜੀ ਜੀ ਬਿਲਕੁਲ। ਮਤਲਬ ਜਿਸ ਤਰ੍ਹਾਂ ਦੇ ਨਾਲ ਤੁਸੀਂ ਸਮਝਾਇਆ ਗੁਰਬਾਣੀ ਦੇ ਰਾਹੀਂ, ਬਾਣੀ ਦੇ ਰਾਹੀਂ, ਉਸ ਤੋਂ ਸਾਨੂੰ ਇਹ ਵੀ ਇੱਕ ਗੱਲ ਬਿਲਕੁਲ ਕਲੀਅਰ ਹੁੰਦੀ ਹੈ ਕਿ ਸਿਮਰਨ ਅਭਿਆਸ ਕਰਨਾ ਵੀ ਬਹੁਤ ਜ਼ਰੂਰੀ ਹੈ। ਕਿ ਅਗਰ ਇਸ ਤਰ੍ਹਾਂ ਦੇ ਨਾਲ ਨਾਮ ਸਿਮਰਨ ਅਭਿਆਸ ਜੇਕਰ ਕੀਤਾ ਜਾਏ, ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਸਾਨੂੰ ਸਵਾਸ ਕਿਸ ਸਵਾਸ ਦੇ ਨਾਲ ਸਾਨੂੰ ਨਾਮ ਸਿਮਰਨ ਕਰਨਾ, ਕਿਸ ਤਰ੍ਹਾਂ ਦੇ ਨਾਲ ਕਰਨਾ, ਤਾਂ ਇੱਥੋਂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਅਭਿਆਸ ਕਰਨਾ ਵੀ ਜ਼ਰੂਰੀ ਹੈ। ਹਾਂਜੀ, ਮਹਾਰਾਜ ਨੇ ਦੇਖੋ ਗੁਰਬਾਣੀ ਦੇ ਵਿੱਚ ਸਾਨੂੰ ਗਿਆਨ ਦਾ ਨਿਚੋੜ ਦੱਸਿਆ ਹੋਇਆ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਗੁਰਮੁਖ ਗਿਆਨ ਏਕੋ ਹੈ ਜਾਤਾ, ਆਨ ਦਿਨ ਨਾਮ ਰਵੀਜੇ ਹੈ। ਕਿ ਗੁਰਮੁਖ ਜਿਹੜਾ ਵਾ ਨਾ, ਉਹਨੂੰ ਗਿਆਨ ਇਹ ਆ, ਗਿਆਨ ਦਾ ਨਿਚੋੜਾ ਵੀ ਉਹ ਦਿਨ ਰਾਤ ਸਿਮਰਨ ਕਰੇ। ਹਾਂਜੀ, ਜੇ ਅਸੀਂ ਸਿਮਰਨ ਕਰਾਂਗੇ, ਜੋ ਪ੍ਰਾਣੀ ਗੋਬਿੰਦ ਧਿਆਵੈ,
ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਜੇ ਉਹ ਪੜ੍ਹ ਰਿਹਾ ਪੜ੍ਹਿਆ ਵਾ ਬਹੁਤ ਅੱਛੀ ਗੱਲ ਆ। ਜੇ ਉਹ ਨਹੀਂ ਵੀ ਗੁਰਬਾਣੀ ਨੂੰ ਪੜ੍ਹ ਸਕਦਾ, ਸੁਣ ਕੇ ਹੀ ਨਾਲ ਸਿਮਰਨ ਕਰਨਾ ਸ਼ੁਰੂ ਕਰੇ ਤੇ ਉਹ ਵੀ ਪਰਮਗਤੀ ਨੂੰ ਪ੍ਰਾਪਤ ਕਰ ਸਕਦਾ। ਇਸ ਕਰਕੇ ਮਹਾਰਾਜ ਨੇ ਇੱਥੋਂ ਤੱਕ ਆਪਾਂ ਨੂੰ ਸਮਝਾਇਆ ਹੋਇਆ ਵਾ ਵੀ ਜਿੰਨੀ ਦੇਰ ਤੱਕ ਆਪਾਂ ਸਿਮਰਨ ਨਹੀਂ ਕਰਾਂਗੇ, ਸਿਮਰਨ ਕੀ ਆ, ਇੱਕ ਮੂਲ ਆ, ਇੱਕ ਜੜ ਆ। ਜਿਸ ਤਰ੍ਹਾਂ ਜੜ ਤੋਂ ਬਗੈਰ ਦਰਖਤ ਦੀਆਂ ਟਹਿਣੀਆਂ ਸ਼ਾਖਾਵਾਂ ਨਹੀਂ ਫੁੱਟਦੀਆਂ, ਇਸੇ ਤਰ੍ਹਾਂ ਗੁਰਬਾਣੀ 'ਚ ਕਹਿੰਦੇ ਨੇ ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਬਿਹੂਨ ਸੁਖੀ ਕਿਉਂ ਸੋਵੇ, ਹਰ ਸਿਮਰਨ ਛਾੜ ਪਰਮ ਗਤ ਚਾਹੇ, ਮੂਲ ਬਿਨਾ ਸ਼ਾਖਾ ਕਾ ਤਾਹੇ। ਕਿ ਸਿਮਰਨ ਤੋਂ ਬਗੈਰ ਜੇ ਕੋਈ ਕਹੇ ਵੀ ਮੈਨੂੰ ਪਰਮਗਤੀ ਮਿਲੇਗੀ, ਪਾਸ਼ਾ ਕਹਿੰਦੇ ਨਹੀਂ ਮਿਲ ਸਕਦੀ। ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਕਹੋ ਰਵਿਦਾਸ ਸਭੇ ਜਗ ਲੂਟਿਆ, ਹਮ ਤੋਂ ਏਕ ਰਾਮ ਕਹੇ ਛੂਟਿਆ। ਇਸ ਸੰਸਾਰ ਸਾਗਰ ਦੇ ਵਿੱਚੋਂ ਨਿਕਲਣ ਵਾਸਤੇ ਇਹ ਸਾਨੂੰ ਅਭਿਆਸ ਸਿਮਰਨ ਵਾਹਿਗੁਰੂ ਗੁਰਮੰਤਰ ਦਾ ਬਹੁਤ ਜ਼ਰੂਰੀ ਹੈ। ਔਰ ਸਾਡੇ ਕਰਮ ਦੇ ਨਾਲ ਨਾਲ ਇਹ ਧਰਮ ਦਾ ਰਸਤੇ ਤੇ ਚੱਲਣ ਵਾਸਤੇ ਵੀ ਬੜਾ ਜ਼ਰੂਰੀ ਹੈ। ਇਹ ਦੋ ਰਸਤੇ ਹੁੰਦੇ ਨੇ ਗੁਰਬਾਣੀ ਵਿੱਚ ਦੱਸਿਆ, ਇੱਕ ਲਿਵ ਇੱਕ ਧਾਤ। ਜਦੋਂ ਅਸੀਂ ਕਰਮ ਕਰਦੇ ਹਾਂ ਤੇ ਨਾਲ ਨਾਲ ਅਸੀਂ ਧਰਮ ਨੂੰ ਵੀ ਦ੍ਰਿੜ ਕਰਨਾ ਹੁੰਦਾ, ਤੇ ਜਦੋਂ ਅਸੀਂ ਕਰਮ ਤੇ ਧਰਮ ਤੇ ਪੈਰਲਲ ਚੱਲਾਂਗੇ ਤੇ ਇਹ ਧਰਮ ਹੀ ਸਿਮਰਨ ਨੂੰ ਕਿਹਾ ਹੋਇਆ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ। ਸੋ ਇਸ ਕਰਕੇ ਨਾਮ ਜਪਣਾ ਬਹੁਤ ਜ਼ਰੂਰੀ ਦੱਸਿਆ ਪਾਤਸ਼ਾਹ ਨੇ। ਹਾਂਜੀ ਜੀ ਵਾਹਿਗੁਰੂ ਜੀ। ਬਹੁਤ ਸਾਰੇ ਮੇਰੇ ਮਨ ਦੇ ਵਿੱਚ, ਸ਼ਾਇਦ ਸਾਰਿਆਂ ਦੇ, ਮੇਰੇ ਨਾਲ ਕਾਫੀ ਸਾਰੇ ਸਾਡੇ ਜਿਹੜੇ ਬਾਣੀ ਚੈਨਲ ਦਾ ਪਰਿਵਾਰ ਹੈ, ਸਾਡੀ ਸੰਗਤ ਹੈ, ਬਹੁਤ ਸਾਰਿਆਂ ਦੇ ਮਨ ਦੇ ਵਿੱਚ ਇਹੀ ਖਿਆਲਾਤ ਹੋਣਗੇ, ਜਿਹੜੇ ਕੰਸੈਪਟ ਜੋ ਤੁਸੀਂ ਅੱਜ ਸਾਡੇ ਕਾਫੀ ਸਾਰੀ ਜਿਹੜੀਆਂ ਗੱਲਾਂ ਨੇ ਸਾਨੂੰ ਕਲੀਅਰ ਕੀਤੀਆਂ ਨੇ। ਤਾਂ ਮੈਨੂੰ ਇਹ ਲੱਗ ਰਿਹਾ ਕਿ ਮੈਂ ਆਪ ਜੀ ਦਾ ਬਹੁਤ ਸਾਰਾ ਸਮਾਂ ਲਿਆ। ਮੇਰੇ ਹਾਲੇ ਬਹੁਤ ਸਾਰੇ ਜ਼ਹਿਨ ਦੇ ਵਿੱਚ ਸਵਾਲ ਤੇ ਹੈ ਨੇ, ਪਰ ਮੈਂ ਇਹ ਸੋਚਦੀ ਹਾਂ ਕਿ ਮੈਂ ਫਿਰ ਤੋਂ ਮਤਲਬ ਜਿਸ ਤਰ੍ਹਾਂ ਦੇ ਨਾਲ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ, ਸਾਨੂੰ ਗੁਰਬਾਣੀ ਬਾਣੀ ਦੇ ਨਾਲ ਨਾਮ ਸਿਮਰਨ ਅਭਿਆਸ ਦੇ ਬਾਰੇ ਵੀ ਦੱਸਿਆ, ਤਾਂ ਸਮੇਂ-ਸਮੇਂ ਤੇ ਬਹੁਤ ਜ਼ਰੂਰਤ ਹੈ ਕਿ ਅਸੀਂ ਤੁਹਾਡੇ ਕੋਲੋਂ ਜਿਹੜਾ ਇਸ ਤਰ੍ਹਾਂ ਦੇ ਨਾਲ ਤੁਹਾਡੇ ਵਿਚਾਰ ਸਰਵਣ ਕਰਦੇ ਰਹੀਏ। ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਨੂੰ ਸਮਾਂ ਜ਼ਰੂਰ ਦਿਓਗੇ। ਕਿ ਬਹੁਤ ਵਧੀਆ ਵਿਚਾਰ ਨੇ ਆਪ ਜੀ ਦੇ, ਬਹੁਤ ਵਧੀਆ ਭਾਈ ਸਾਹਿਬ ਜੀ ਆਪਣੀ ਸੇਵਾਵਾਂ ਨਿਭਾ ਰਹੇ ਹੋ ਜੀ। ਜਦੋਂ ਆਪ ਜੀ ਹੁਕਮ ਕਰੋਗੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰ ਸੇਵਾ ਗੁਰ ਸ਼ਬਦ ਵਿਚਾਰ, ਇੱਕ ਦੂਸਰੇ ਦੇ ਨਾਲ ਵਿਚਾਰ ਕਰਨੀ ਇਹ ਸਭ ਤੋਂ ਵੱਡੀ ਸੇਵਾ ਵਾ। ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਹੇ, ਇੱਕ ਦੂਸਰੇ ਦੇ ਨਾਲ ਪਰਮਾਤਮਾ ਦੇ ਗੁਣ ਗਾਉਣੇ ਇਹ ਸਭ ਤੋਂ ਵੱਡਾ ਪੁੰਨ ਹੈ। ਤੇ ਸਭ ਤੋਂ ਵੱਡਾ ਦਾਨ ਵੀ ਇਹੋ ਹੀ ਆ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏਗਾ। ਸਾਡਾ ਮਿਸ਼ਨ ਵੀ ਇਹੋ ਹੀ ਆ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਇੱਕ ਜਣੇ ਨੂੰ ਵੀ ਗੁਰੂ ਦੇ ਨਾਲ ਜੋੜ ਦਈਏ, ਪਰਮਾਤਮਾ ਦੇ ਨਾਲ ਉਹ ਜੁੜ ਜਾਏ ਤੇ ਸਾਡਾ ਵੀ ਜੀਵਨ ਸਫਲ ਹੋ ਜਾਂਦਾ। ਬਹੁਤ ਧੰਨਵਾਦ ਆਪ ਜੀ ਦਾ, ਤੁਸੀਂ ਸਮਾਂ ਬਖਸ਼ਿਆ ਜੀ। ਵਾਹਿਗੁਰੂ ਜੀ। ਔਰ ਅਸੀਂ ਇਹ ਉਮੀਦ ਵੀ ਕਰਾਂਗੇ ਕਿ ਤੁਸੀਂ ਜਲਦ ਹੀ ਜੰਮੂ ਕਸ਼ਮੀਰ ਦੇ ਵਿੱਚ ਵੀ ਸੰਗਤਾਂ ਨੂੰ ਦਰਸ਼ਨ ਦਿਓ। ਹਾਂ, ਜੋ ਹੁਕਮ ਹੋਏਗਾ ਸੰਗਤ ਦਾ ਜੀ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਲੱਗਿਆ ਆਪ ਜੀ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ। ਆਪ ਜੀ ਪਾਸੋਂ ਬਹੁਤ ਕੁਝ ਸਾਡੇ ਜਿਹੜੇ ਮਨ ਦੇ ਵਿੱਚ ਜੋ ਵੀ ਗੱਲਾਂ ਨੇ, ਮੈਨੂੰ ਲੱਗਿਆ ਮੈਂ ਉਹੀਓ ਗੱਲਾਂ ਕਲੀਅਰ ਕੀਤੀਆਂ ਨੇ। ਮੈਨੂੰ ਲੱਗਿਆ ਅਗਰ ਮੇਰੇ ਮਨ ਦੇ ਵਿੱਚ ਚੱਲਦੀਆਂ ਨੇ ਤਾਂ ਦੂਸਰੀ ਸੰਗਤ ਦੇ ਮਨ ਦੇ ਵਿੱਚ ਵੀ ਜ਼ਰੂਰ ਚੱਲਦੀਆਂ ਹੋਣਗੀਆਂ, ਜੋ ਵੀ ਸਾਡੇ ਤਾਂ ਮੈਂ ਫਿਰ ਤੋਂ ਇੱਕ ਬਾਣੀ ਚੈਨਲ ਦੇ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਭਾਈ ਸਾਹਿਬ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।